बत्ती बाल के बनेरे उत्ते रखनिया, बत्ती बाल के बनेरे उत्ते रखनिया, गली भुल ना जावे चन मेरा, हाय नी बत्ती बाल के बनेरे उत्ते रखनिया। जी हाँ दोस्तों, असी भी कांशी टीवी दे बनेरे ते बत्ती बाल के रखते हैं कि ਜਿਹੜੇ ਸਾਡੇ ਗੈਸਟ ਆਉਂਦੇ ਆ ਨਾ ਕਿਤੇ ਉਹ ਰਸਤਾ ਨਾ ਭੁੱਲ ਜਾਣ, ਕਿਤੇ ਲੇਟ ਨਾ ਹੋ ਜਾਣ, ਲੇਕਿन कांशी टीवी ਤੇ ਤਾਂ ਹਮੇਸ਼ਾ ਹੀ ਬੱਤੀਆਂ ਜਲਦੀਆਂ ਰਹਿੰਦੀਆਂ। कबूल करो, स्वीकार करो। जगदीप वालों गुड इवनिंग, नमस्ते, अस्सलाम वालेकुम ते बड़ी प्यार भरी सत श्री अकाल, जय गुरुदेव। होर सुनियो की हाल चाल। अपने सितारे प्रोग्राम दे विच थोड़ा सब दा ही हार्दिक स्वागत करते हैं। जी आया नूं कहांगे, जी सदके कहांगे, जी वारी कहांगे जनाब। जिथे जिथे भी प्रोग्राम तुसीं देख रहे हो, किहड़े शहर विच, किहड़ी कंट्री दे विच, तुहानूं पता है कि बड़े देश विदेश दे विच ये प्रोग्राम जांदा है। नीयरली 200 कंट्रीज़ दे विच ये प्रोग्राम इस वेले लाइव प्रोग्राम जा रहे हैं। सो तुहाडा सब दा ही स्वागत करते हैं। तुहानूं पता है कि अपने सितारे प्रोग्राम च असीं कॉल्स नहीं लैंदे। ਜਦੋਂ ਗੀਤਮਾਲਾ ਕਰਦੇ ਆ ਨਾ ਵੈਨਸਡੇ, ਫਿਰ ਅਸੀਂ ਕਾਲਸ ਤੁਹਾਡੀਆਂ ਲੈਂਦੇ ਹਾਂ। ਸੋ ਅੱਜ ਆਰਾਮ ਨਾਲ ਘਰ ਬੈਠ ਕੇ ਸੋਫੇ 'ਤੇ ਤੁਸੀਂ ਪੈਰ ਰੱਖ ਸਕਦੇ ਹੋ, ਆਰਾਮ ਨਾਲ ਚਾਹ ਸ਼ਾਹ ਪੀ ਕੇ, ਕੌਫੀ ਸ਼ਾਫੀ ਲੈ ਕੇ ਆਪਣੀ ਆਰਾਮ ਨਾਲ ਪ੍ਰੋਗਰਾਮ ਦਾ ਇੰਜੋਏ ਕਰੋ। ਕਿਉਂਕਿ ਜੋ ਅੱਜ ਮੇਰੇ ਕੋਲ ਕਲਾਕਾਰ ਆਇਆ ਨਾ, ਹੀ ਇਜ਼ ਗ੍ਰੇਟ, ਹੀ ਇਜ਼ ਵੰਡਰਫੁਲ, ਐਜ਼ ਆਈ ਆਲਵੇਜ਼ ਸੇਜ਼, ਹੀ ਇਜ਼ ਗॉट ਬਿਊਟੀਫੁਲ ਵੌਇਸ। ਮੈਂ ਵੀ ਪਹਿਲੀ ਵਾਰੀ ਇਹਨਾਂ ਨੂੰ ਮਿਲ ਰਹੀ ਹਾਂ ਔਰ ਤੁਸੀਂ ਵੀ ਪਹਿਲੀ ਵਾਰੀ ਦਰਸ਼ਨ ਕਰੋਗੇ, ਲੇਕਿਨ ਆਈ ਹੈਵ ਹਰਡ ਹਿਮ ਅ ਲੋਟ। हिज वॉइस इज़ ग्रेट, लेकिन काफ़ी चिर हो गया इन्होंने कोई गीत नहीं रिलीज़ किया। भी असीं इन्हां कोल पुछांगे की रीज़न है इन्हां दा, लेकिन मैं इंट्रोड्यूस करावांगी साडे वन एंड द ओनली अमित अनवर जी का स्वागत करांगे। जी आया नूं कहांगे। हेलो जी, सत श्री अकाल जगदीप जी। सत श्री अकाल जी, जय गुरुदेव। धन गुरुदेव जी। की हाल चाल? बहुत वधिया, बहुत वधिया। तुसीं सुनाओ, ठीक हो? ठीक लग रही है? बहुत वधिया जी, फर्स्ट क्लास। फर्स्ट क्लास मैं तो क्या सेकंड च ना कर दियो। You are looking very smart. कांची टीवी, थैंक यू सो मच। कांची टीवी देख रहे सारे ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਤੁਹਾਡੇ ਨਾਲ ਰੂਬਰੂ ਹੋ ਕੇ ਅੱਜ ਮੈਨੂੰ ਬਹੁਤ ਚੰਗਾ ਲੱਗ ਰਿਹਾ ਜੀ। ਹਾਲੇ ਤਾਂ ਰੂਬਰੂ ਹੋਏ ਆ, ਹਾਲੇ ਗੱਲਬਾਤ ਤਾਂ ਕਰਾਂਗੇ। ਜੀ ਜੀ। ਅੱਛਾ, ਤੁਹਾਨੂੰ ਦੱਸਿਆ ਕਿਸੇ ਨੇ, ਛਿੰਦਾ ਸਰੀਲਾ ਜੀ ਨੇ ਤੁਹਾਨੂੰ ਭੇਜਿਆ, ਥਿੰਦ ਸਾਹਿਬ ਨੇ ਭੇਜਿਆ, ਸਾਡੇ ਬਲਦੇਵ ਮਸਤਾਨਾ ਜੀ ਨੇ ਭੇਜਿਆ। ਮਤਲਬ ਕਿੰਨੀਆਂ ਤੁਹਾਡੀਆਂ ਫਰਮਾਇਸ਼ਾਂ ਆਈਆਂ, ਕਿੱਥੋਂ ਕਿੱਥੋਂ ਆਈਆਂ। ਥਿੰਦ ਸਾਹਿਬ ਕਹਿੰਦੇ ਜਦੀਪ ਜੀ ਮੁੰਡੇ ਦੀ ਆਵਾਜ਼ ਸੁਣਿਓ। ਜੀ ਜੀ, ਚਲੋ ਸਾਰਾ ਪਰਮਾਤਮਾ ਦਾ, ਮੈਂ ਬਿਲਕੁਲ ਤਿਆਰ ਹਾਂ ਤੁਹਾਡੀ ਆਵਾਜ਼ ਸੁਣਨ ਨੂੰ। ਥੈਂਕ ਯੂ। ਸਾਰਾ ਕੁਝ ਮਾਲਕ ਦੀ ਬਖਸ਼ਿਸ਼ ਹੈ। ਮੇਰੇ ਗੁਰੂ ਜੀ ਜਨਾਬ ਬਲਦੇਵ ਮਸਤਾਨਾ ਜੀ, ਉਹਨਾਂ ਦਾ ਆਸ਼ੀਰਵਾਦ ਹੈ ਮੇਰੇ ਤੇ। ਹੀ ਇਜ਼ ਗ੍ਰੇਟ, ਹੀ ਇਜ਼ ਵੰਡਰਫੁਲ। ਸਾਡੇ ਰਿਸਪੈਕਟਫੁਲ T3 ਤੋਂ ਸੋਮਨਾਥ ਥਿੰਦ ਸਾਹਿਬ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਤੁਹਾਡੇ ਨਾਲ ਬੈਠੇ ਹਾਂ ਜੀ। ਸੋ ਸ਼ਿੰਦਾ ਸੁਰੀਲਾ ਅੰਕਲ ਜੀ ਰੇਡੀਓ 5 ਤੋਂ। ਅੰਕਲ ਜੀ ਨਾ ਕਿਹਾ, ਉਹਨਾਂ ਨੂੰ ਗੁੱਸੇ ਹੋ ਜਾਣਾ। ਨਹੀਂ ਨਹੀਂ, ਮੇਰੇ ਜੋ ਅੰਕਲ ਹੈ, ਅੰਕਲ ਨੇ ਜੀ। ਅੱਛਾ, ਅੰਕਲ ਹੈ ਤੁਹਾਡੇ ਜੀ? ਆਲਰਾਈਟ। ਔਰ ਸਾਡੇ ਲਈ ਛਿੰਦਾ ਹੈ। ਹਾਂਜੀ ਹਾਂਜੀ ਹਾਂਜੀ, ਤੁਸੀਂ ਫਿਰ ਉਹ ਸੀਨੀਅਰ ਹੋ ਨਾ। ਮੈਂ ਸ਼ੁਰੂਆਤ ਕਰਦਾ ਜੀ ਇੱਕ ਮਤਲਬ ਬਹੁਤ ਸੋਹਣੇ ਗੀਤ ਤੋਂ। ਹਾਏ ਹਾਏ। ਜੋ ਅਸੀਂ ਹੁਣ ਤੱਕ ਕਿਤਾਬਾਂ ਦੇ ਵਿੱਚ ਪੜ੍ਹਦੇ ਆਏ ਹਾਂ, ਉਸ ਚੀਜ਼ ਦਾ ਇੱਕ ਜੋ ਨਿਚੋੜ ਹੈ ਉਹ ਇੱਕ ਗੀਤ ਦੇ ਵਿੱਚ ਇੱਕ ਰਾਈਟਰ ਨੇ ਕਿਵੇਂ ਬਿਆਨ ਕੀਤਾ। ਕਿਉਂਕਿ ਅਸੀਂ ਪੜ੍ਹਿਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿ ਸਾਡੇ ਜੋ ਬਜ਼ੁਰਗ ਸੀ, ਪਹਿਲਾਂ ਦੁਨੀਆ 'ਤੇ ਬਾਂਦਰਾਂ ਤੋਂ ਹੌਲੀ 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 ਇਨਸਾਨ ਬਣਿਆ ਜੀ। ਸੋ ਮੈਂ ਉਸ ਚੀਜ਼ ਦਾ ਇੱਕ ਮੈਂ ਗੀਤ ਮੈਂ ਜ਼ਿਕਰ ਕਰੂੰਗਾ। ਦੋਸਤੋ, ਇਹ ਦੱਸਣਗੇ ਕਿ ਜਦੋਂ ਇਸ ਦੁਨੀਆ ਤੋਂ ਪਹਿਲਾਂ ਆਪਾਂ ਕਹਿੰਦੇ ਨਾ, ਹਮੇਸ਼ਾ ਹੀ ਮਨੁੱਖ ਬਾਅਦ 'ਚ ਆਇਆ, ਪਹਿਲਾਂ ਇੱਕ ਬਾਂਦਰ ਦੀ ਸ਼ੇਪ 'ਚ ਆਇਆ, ਆਦਮ ਦੀ ਸ਼ੇਪ 'ਚ ਆਇਆ ਜੀ। ਸੋ ਸਾਡੇ ਅਮਿਤ ਜੀ ਤੁਹਾਨੂੰ ਸੁਣਾਉਣਗੇ ਉਹ ਗੀਤ ਕਿ ਜੋ ਆਦਮ ਦੀ ਸ਼ੇਪ ਦੇ ਵਿੱਚ ਆਏ ਤਾਂ ਇਨਸਾਨਾਂ ਨੂੰ ਉਹਨਾਂ ਨੇ ਕਿਸ ਤਰ੍ਹਾਂ ਬਿਆਨ ਕੀਤਾ। ਸੂਰਜ ਦਾ ਟੁਕੜਾ ਨਾ ਗਿਰਦਾ ਤਾਂ ਇੱਥੇ ਧਰਤੀ ਨਾ ਹੁੰਦੀ। ਵਾਓ। ਸਾਡੇ ਬਾਂਦਰ ਬਜ਼ੁਰਗਾਂ ਨੇ, ਅੱਜ ਤੋਂ ਕਰੋੜਾਂ ਲੱਖਾਂ ਸਾਲ ਪਹਿਲਾਂ ਦੀ ਗੱਲ ਹੈ,
ਸਾਡੇ ਬਾਂਦਰ ਬਜ਼ੁਰਗਾਂ ਨੇ ਅਕਲ ਜੇ ਵਰਤੀ ਨਾ ਹੁੰਦੀ ਤਾਂ ਜ਼ਿੰਦਗੀ ਕੈਸੀ ਹੋਣੀ ਸੀ, ਪਸ਼ੂਆਂ ਦੇ ਜੈਸੀ ਹੋਣੀ ਸੀ। ਮਨੁੱਖ ਜੇ ਕੱਪੜਾ ਹੀ ਨਾ ਬੁਣਦਾ ਤਾਂ ਇੱਜ਼ਤ ਕਿੱਦਾਂ ਟਕਣੀ ਸੀ। ਕੌਣ ਸਕੂਲੇ ਤੁਸੀਂ ਵੀ ਪੜ੍ਹੇ ਹੋਵੋਗੇ ਜ਼ਰੂਰ। ਤੁਹਾਨੂੰ ਸ਼ੱਕ ਹੈ? ਕੌਣ ਸਕੂਲੇ ਜਾਂਦਾ ਜੇ ਕਰੀ ਉੱਥੇ ਗਿਆਨ ਨਾ ਹੁੰਦਾ, ਸ਼ੇਰੋ ਸ਼ਾਇਰੀ ਨਾ ਹੁੰਦੀ ਤਾਂ ਇਸ਼ਕ ਬਿਆਨ ਨਾ ਹੁੰਦਾ। ਬਹੁਤ ਅੱਛੇ। ਫਲਾਂ ਨੂੰ ਕੌਣ ਮੂੰਹ ਲਾਉਂਦਾ ਜੇ ਕੱਚੇ ਰਹਿੰਦੇ ਪੱਕਦੇ ਨਾ, ਹੁਸਨ ਦਾ ਕੀ ਰੁਤਬਾ ਹੁੰਦਾ ਓਏ ਜੇ ਕਰੇ ਆਸ਼ਿਕ ਤੱਕਦੇ ਨਾ, ਹੁਸਨ ਦਾ ਕੀ ਰੁਤਬਾ ਹੁੰਦਾ ਓਏ ਜੇ ਕਰੇ ਆਸ਼ਿਕ ਤੱਕਦੇ ਨਾ। ਅੱਛਾ ਜੀ, ਹੁਸਨ ਦਾ ਜਿਹੜਾ ਰੁਤਬਾ ਮੈਨੂੰ ਸਮਝ ਆਈ ਜੀ ਸਾਰੀ ਗੱਲਾਂ ਚੋਂ। ਹਾਂਜੀ ਠੀਕ ਨਹੀਂ, ਸੋ ਵੰਡਰਫੁਲ। ਕਿਹਦਾ ਲਿਖਿਆ ਹੋਇਆ ਇਹ ਗੀਤ? ਇਹ ਮਨਿੰਦਰ ਬੁੱਟਰ ਹੋਰਾਂ ਦਾ ਲਿਖਿਆ। ਅੱਛਾ ਅੱਛਾ ਅੱਛਾ। ਫਿਰ ਇਹ ਗਾਇਆ ਵੀ ਉਹਨਾਂ ਨੇ? ਗਾਇਆ ਵੀ ਉਹਨਾਂ ਨੇ, ਹੈ ਨਾ, ਉਹ ਗਾਉਂਦੇ ਵੀ ਹੈ ਨਾ ਮਨਿੰਦਰ ਬੁੱਟਰ ਜੀ। ਦੈਟਸ ਨਾਈਸ। ਅੱਛਾ, ਟੂ ਸਟਾਰਟ ਵਿਦ, ਮੈਂ ਹਮੇਸ਼ਾ ਸਭ ਨੂੰ ਪੁੱਛਦੀ ਹੁੰਦੀ ਹਾਂ ਕਿ ਤੁਹਾਡੇ ਜਾਣਨ ਵਾਲੇ ਵੀ ਪ੍ਰੋਗਰਾਮ ਦੇਖ ਰਹੇ ਹੋਣੇ, ਤੁਸੀਂ ਦੱਸੋ ਤੁਹਾਡਾ ਜਨਮ ਕਿੱਥੇ ਹੋਇਆ, ਤੁਸੀਂ ਕਿੱਥੋਂ ਇੰਡੀਆ ਤੋਂ ਆਏ ਹੋ? ਕਿਉਂਕਿ ਸਾਡੇ ਸਾਰੇ ਰਿਸ਼ਤੇਦਾਰਾਂ ਤਾਂ ਬਹੁਤ ਜਲਦੀ ਕੱਟ ਲੈਂਦੇ। ਮੇਰੇ ਨਾਲ ਨਹੀਂ ਤੁਹਾਡੇ ਨਿਕਲ ਸਕਦੀ ਕਿਉਂਕਿ ਮੈਂ ਉੱਥੋਂ ਹੈ ਹੀ ਨਹੀਂ। ਹਾਂਜੀ, ਤੁਸੀਂ ਚੰਡੀਗੜ੍ਹ ਤੋਂ। ਅੱਛਾ, ਕਿਹੜੀ ਜਗ੍ਹਾ ਤੋਂ ਤੁਸੀਂ? ਮੇਰਾ ਸ਼ਹਿਰ ਕਸਬਾ ਕਹਿ ਸਕਦੇ ਆਪਾਂ, ਰਾਹੋਂ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਰਾਹੋਂ ਸ਼ਹਿਰ ਤੋਂ ਮੈਂ ਬਿਲੋਂਗ ਕਰਦਾ ਜੀ, ਜਿੱਥੋਂ ਦੇ ਬਾਲੀਵੁੱਡ ਦੇ ਬਹੁਤ ਹੀ ਵੱਡੇ ਮਿਊਜ਼ਿਕ ਡਾਇਰੈਕਟਰ ਮੁਹੰਮਦ ਜ਼ਹੂਰ ਖਯਾਮ ਸਾਹਿਬ ਹੋਏ ਨੇ, ਜਿਨ੍ਹਾਂ ਨੇ ਬਾਲੀਵੁੱਡ ਨੂੰ ਬਹੁਤ ਹਿੱਟ ਗੀਤ ਦਿੱਤੇ ਨੇ। ਜਿਵੇਂ ਖਯਾਮ ਸਾਹਿਬ, ਬਿਲਕੁਲ ਤੁਸੀਂ ਸੁਣੇ ਹੋਣੇ ਗਾਣੇ ਉਹਨਾਂ ਦੇ, ਕभी कभी मेरे दिल में ख्याल आता है, इन आंखों की। सुनो, मैं ਤੁਹਾਨੂੰ ਮਿਊਜ਼ਿਕ ਦੀ ਦੱਸਾਂ ਕਿ ਮੈਂ ਵੀ ਵੋਕਲ ਮਿਊਜ਼ਿਕ ਕੀਤਾ। ਵਾਹ ਵਾਹ ਵਾਹ, ਕੀ ਪਰ ਮੈਂ ਗਾਣ ਦੀ ਪ੍ਰੈਕਟਿਸ ਨਹੀਂ ਕੀਤੀ। ਲੇਕਿਨ ਸੋ ਖਿਆਮ ਸਾਹਿਬ ਜਾਂ ਜਿੰਨੇ ਵੱਡੇ ਰਾਈਟਰ ਹੋਏ, ਜਿੰਨੇ ਸਿੰਗਰਸ ਹੋਏ, ਇਹ ਅੰਮ੍ਰਿਤਸਰ ਦੇ ਰਾਇਤਾ ਉਹਨਾਂ ਦੇ ਇਲਾਕਿਆਂ ਚੋਂ ਸਿੰਗਰ ਨਿਕਲੇ, ਤੁਹਾਡੇ ਜਲੰਧਰ ਦੇ ਇਲਾਕਿਆਂ ਚੋਂ। ਅੱਛਾ, ਖਿਆਮ ਸਾਹਿਬ ਦਾ ਲਿਖ। ਖਿਆਮ ਸਾਹਿਬ ਦਾ ਜਨਮ ਵੀ ਉੱਥੇ ਹੀ ਹੋਇਆ ਜੀ, ਰਾਹੋਂ ਸ਼ਹਿਰ ਦੇ ਵਿੱਚ। ਔਰ ਬਾਲੀਵੁੱਡ ਦੇ ਨਿਰਮਾਤਾ BR ਚੋਪੜਾ ਸਾਹਿਬ, ਉਹਨਾਂ ਦਾ ਜਨਮ ਵੀ ਸਾਡੇ ਰਾਹੋਂ ਸ਼ਹਿਰ ਦੇ ਵਿੱਚ ਹੋਇਆ। ਔਰ ਮੇਰੀ ਇਹ ਖੁਸ਼ਕਿਸਮਤੀ ਹੈ ਕਿ ਮੈਂ ਵੀ ਉਸ ਧਰਤੀ ਦਾ ਜਨਮਿਆ ਜਿੱਥੋਂ ਐਡੇ ਮਤਲਬ ਸਟਾਰ ਨਿਕਲੇ ਜਿਨ੍ਹਾਂ ਨੂੰ ਲੋਕ ਪੂਜਦੇ ਨੇ। ਹਾਂ, ਬਿਲਕੁਲ ਬਿਲकुल। ਖਿਆਮ ਸਾਹਿਬ ਨੇ ਤਾਂ ਬਹੁਤ ਕੁਝ ਲਿਖਿਆ। ਬੇਸ਼ੱਕ, ਬਿਲਕੁਲ। ਤੁਸੀਂ ਵੀ ਲਿਖਿਆ? ਲਿਖਦੇ ਹੋ ਕਦੇ? ਮਿਊਜ਼ਿਕ ਡਾਇਰੈਕਟਰ ਸੀ ਖਿਆਮ ਸਾਹਿਬ, ਮਿਊਜ਼ਿਕ ਡਾਇਰੈਕਟਰ, ਉਹਨਾਂ ਨੇ ਕਾਫੀ ਬੜੇ। ਤੁਸੀਂ ਕਦੇ ਲਿਖਦੇ ਹੋ ਗੀਤ? ਨਹੀਂ, ਮੇਰਾ ਹਾਲੇ ਮਤਲਬ ਮੈਂ ਜਦੋਂ ਕੁਝ ਲਿਖਣ ਬੈਠਦਾ ਤਾਂ ਕੁਝ ਮੈਨੂੰ ਲੱਗਦਾ ਨਹੀਂ ਵੀ ਕੁਝ ਗੱਲ ਬਣੀ, ਤੇ ਹੌਲੀ ਕਰ ਰਹੇ ਆ, ਮਿਹਨਤ ਕਰ ਰਹੇ ਆ, ਸ਼ਾਇਦ ਕੁਝ ਨਾ ਕੁਝ। ਜਿੱਥੇ ਤੁਸੀਂ ਬੈਠੇ ਹੋ ਨਾ, ਸਾਡੇ ਹਰਜਿੰਦਰ ਮਲ ਜੀ ਹੈ, ਉਹ ਗ੍ਰੇਟ ਰਾਈਟਰ ਹੈ। ਹਾਂਜੀ, ਬਿਲਕੁਲ। ਤੇ ਉਹ ਬਹੁਤ ਸੋਹਣਾ ਲਿਖਦੇ ਆ। ਹਾਂਜੀ, ਹਰਜਿੰਦਰ ਮਲ ਸਾਹਿਬ ਨਾਲ ਹੋਈ ਸੀ ਮੁਲਾਕਾਤ ਮੇਰੀ, ਇੰਡੀਆ ਗਏ ਹੋਏ ਹੁਣ ਉਹ। ਅੱਛਾ। ਹਾਂਜੀ, ਮੈਂ ਆਉਣ ਤੋਂ ਪਹਿਲਾਂ ਤੇ ਸਾਡੀ ਪਹਿਲਾਂ ਫੋਨ ਤੇ ਗੱਲ ਹੋਈ, ਤੇ ਫਿਰ ਕਹਿੰਦੇ ਵੀ ਆਪਾਂ ਮਿਲਦੇ ਆ, ਫਿਰ ਅਸੀਂ ਗਏ ਉਹਨਾਂ ਦੇ ਘਰ। ਤੇ ਬਹੁਤ ਚੰਗੇ ਇਨਸਾਨ ਨੇ ਜੀ, ਬਹੁਤ ਨੇਕ ਦਿਲ, ਬਹੁਤ ਸਾਫ਼। ਅੱਛਾ, ਹੁਣ ਗਏ ਹੋਏ ਨਾ ਇੰਡੀਆ ਗਏ ਆ, ਔਰ ਬਾ ਕਮਾਲ ਰਾਈਟਰ ਨੇ ਜੀ, ਸੱਚੀ। कैसे उन्होंने मतलब गीत लिखे ने, कैसे लफ्ज लिखे बिल्कुल क्या बात है जी उन्होंने। बस ये तुसी कहियो मैं तेरी सीट ते बैठ के आया। नहीं, ये सीट उन्हां दी है जी, मैं तो नहीं सेम सीट ते बैठे। नहीं, सीट चलो, पर बिल्कुल ही राइट्स गुड सॉन्ग्स। अच्छा, फिर जन्म तो बाद एजुकेशन किथे की? एजुकेशन मेरी +2 तक हुई नवांशहर डॉक्टर आसानंद आर्या मॉडल सीनियर सैकेंडरी स्कूल दे विच। अच्छा। फिर मैं चला गया जी लवली प्रोफैशनल यूनिवर्सिटी जलंधर दे विच, जलंधर दे कोल है, जिथों मैं ਪਹਿਲੋਂ BPA ਕੀਤੀ, ਬੈਚਲਰ ਇਨ ਪਰਫਾਰਮਿੰਗ ਆਰਟਸ ਮਿਊਜ਼ਿਕ ਵੋਕਲ ਦੇ ਵਿੱਚ। ਔਰ ਫਿਰ ਉਸ ਤੋਂ ਬਾਅਦ ਮੈਂ ਹੁਣੀ ਜਸਟ ਮਾਸਟਰਸ ਮੇਰੀ ਕੰਪਲੀਟ ਹੋਈ ਆ ਮਿਊਜ਼ਿਕ ਵੋਕਲ ਦੇ ਵਿੱਚ। ਅੱਛਾ, ਫਿਰ ਤਾਂ ਤੁਹਾਨੂੰ ਬੜੀ ਤਾਨਾਂ ਆਉਂਦੀਆਂ ਹੋਣੀਆਂ, ਰਾਗ ਆਉਂਦੇ? ਬਸ ਜੀ, ਮਾੜਾ ਮੋਟਾ ਕੋਸ਼ਿਸ਼ ਹੈ। ਹਾਂਜੀ। ਔਰ ਫਿਰ ਯੂਨੀਵਰਸਿਟੀ ਪੜ੍ਹਦੇ ਟਾਈਮ ਮੌਕਾ ਮਿਲਿਆ, ਇੱਕ ਕਲਰਸ TV ਦੇ ਉੱਪਰ ਸ਼ੋਅ ਚੱਲਦਾ ਰਾਈਜ਼ਿੰਗ ਸਟਾਰ। ਦੋਸਤੋ, ਰਾਈਜ਼ਿੰਗ ਸਟਾਰ ਪ੍ਰੋਗਰਾਮ ਕਿਹਨੂੰ ਨਹੀਂ ਯਾਦ, ਕਿਉਂਕਿ ਉਹਦੇ ਵਿੱਚ ਸਾਡੇ ਜੱਜ ਰਹੇ ਨੇ ਦਲਜੀਤ ਦੋਸਾਂਝ ਜੀ, ਸਾਡੀ ਪੰਜਾਬੀਆਂ ਦੀ ਸ਼ਾਨ ਵਾਨ ਆਨ। ਸਾਨੂੰ ਬੜਾ ਹੀ ਪ੍ਰਾਊਡ ਹੈ ਕਿ ਸਾਡੇ ਜੱਜ ਦਲਜੀਤ ਦੋਸਾਂਝ ਜੀ ਉਸ ਸੀਟ ਤੇ ਬੈਠੇ ਜਿੱਥੇ ਸਾਡੇ ਅਮਿਤ ਜੀ ਨੇ
ਪਰਫਾਰਮ ਕੀਤਾ ਰਾਈਜ਼ਿੰਗ ਸਟਾਰ ਦੇ ਵਿੱਚ। ਸੋ ਮੈਂ ਵੀ ਅੱਜ ਬੜੀ ਆਪਣੇ ਆਪ ਨੂੰ ਸਮਝਦੀ ਹਾਂ ਕਿ ਮੇਰੇ ਕੋਲ ਰਾਈਜ਼ਿੰਗ ਸਟਾਰ ਵਾਲਾ ਮੁੰਡਾ ਬੈਠਾ ਬਈ ਕਾਂਸ਼ੀ ਟੀਵੀ ਤੇ, ਤੁਹਾਡਾ ਅਸੀਂ ਸਵਾਗਤ ਕਰਦੇ ਹਾਂ। ਥੈਂਕ ਯੂ ਜੀ, ਥੈਂਕ ਯੂ। ਅੱਛਾ, ਤੇ ਉੱਥੇ ਫਿਰ ਹਿੰਦੀ ਗਾਣੇ ਸੁਣਾਏ? ਉੱਥੇ ਹਾਂਜੀ ਹਿੰਦੀ, ਕਿਉਂਕਿ ਹਿੰਦੀ ਰਿਐਲਿਟੀ ਸ਼ੋਅ ਸੀ ਔਰ ਫਿਰ ਆਬਵੀਅਸਲੀ ਉੱਥੇ ਹਿੰਦੀ ਚੱਲਣਾ। ਅੱਛਾ, ਕਿੱਥੇ ਤੱਕ ਪਹੁੰਚੇ ਉਸ ਟਾਈਮ? ਮੈਂ ਫਾਈਨਲਿਸਟ ਸੀ ਉਸ ਦਾ। ਓਹ ਆਲਰਾਈਟ, ਦੈਟਸ ਗੁੱਡ, ਦੈਟਸ ਗੁੱਡ। ਫਿਰ ਦਿਲਜੀਤ ਦੋਸਾਂਝ ਜੀ ਨੇ ਤੁਹਾਨੂੰ ਖੂਬ ਸਾਥ ਦਿੱਤਾ? ਜੀ ਦਿਲਜੀਤ ਦੋਸਾਂਝ ਜੀ ਇੱਕ ਤਾਂ ਚਲੋ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਥੋੜਾ ਬਹੁਤ ਗਾ ਲੈਂਦੇ ਆ, ਇੱਕ ਤਾਂ ਇਹ, ਔਰ ਉੱਪਰ ਦੀ ਫਿਰ ਉਹ ਕਹਿੰਦੇ ਵੀ ਤੂੰ ਪੰਜਾਬੀ ਆ, ਮੇਰੇ ਪੰਜਾਬ ਤੋਂ ਆ, ਮਤਲਬ ਉਹਨਾਂ ਨੇ ਬਹੁਤ ਮੈਨੂੰ ਪਿਆਰ ਦਿੱਤਾ ਉੱਥੇ। ਅੱਛਾ ਜੀ, ਸੋ ਦੈਟਸ ਗੁੱਡ। ਐਂ ਕਰੋ, ਜਿਹੜਾ ਉੱਥੇ ਗੀਤ ਸੁਣਾਇਆ ਕੋਈ ਉਹਨਾਂ ਚੋਂ ਦੋ ਲਾਈਨਾਂ ਹੋ ਜਾਣ। ਮੈਂ ਸੁਣਾ ਦਿੰਦਾ ਜੀ ਜ਼ਰੂਰ। ਦੋਸਤੋ, ਮੈਨੂੰ ਲੱਗਦਾ ਹੈ ਕਿ ਉੱਥੇ ਤੱਕ ਪਹੁੰਚਣਾ ਸਾਡੇ ਪੰਜਾਬ ਦੇ ਸਿੰਗਰਸ ਨੂੰ ਜਾਂ ਐਸੇ ਯੰਗਸਟਰਸ ਨੂੰ ਬਹੁਤ ਹੀ ਮਾਇਨੇ ਰੱਖਦੀ ਹੈ ਇਹ ਚੀਜ਼ ਕਿ ਆਪਾਂ ਸਿਲੈਕਟ ਹੋ ਕੇ ਹੀ, ਕਿਉਂਕਿ ਹਜ਼ਾਰ ਉੱਥੇ ਯੰਗਸਟਰਸ ਆਏ ਹੁੰਦੇ ਆ ਪਾਰਟਿਸਿਪੇਟ ਕਰਨ ਨੂੰ, ਤੇ ਉਹਨਾਂ 'ਚੋਂ ਸਿਲੈਕਟ ਹੋਣਾ ਇਟ ਕਾਊਂਟਸ ਅ ਲੋਟ, ਬਹੁਤ ਵੱਡੀ ਗੱਲ ਹੈ। ਕਿਉਂ ਨਾ ਆਪਾਂ ਅਮਿਤ ਜੀ ਕੋਲੋਂ 2 ਲਾਈਨਾਂ ਸੁਣੀਏ ਜੋ ਉੱਥੇ ਇਹਨਾਂ ਨੇ ਸੁਣਾਇਆ। ਹੱਥ ਰੱਖੀ ਇਹਨਾਂ ਅੱਖੀਆਂ ਤੇ, ਇਹਨਾਂ ਅੱਖੀਆਂ ਦਾ ਕੋਈ ਵਸਾ ਨਹੀਂ, ਉਹ ਲੜ ਗਈਆਂ ਕਿਧਰੇ ਤੇ ਤੇਰਾ ਕੋਈ ਬਚਾ ਨਹੀਂ। नैनो की मत मानियो रे, नैनो की मत सुनियो, नैनो की मत मानियो रे, नैनो की मत सुनियो, नैनो की मत सुनियो रे, नैना ठग लेंगे, नैना ठग लेंगे, ठग लेंगे, नैना ठग लेंगे। वाह, जगते जादू फूकेंगे रे, जगते जगते जादू, जगते जादू फूकेंगे रे, नींद बंजर कर देंगे, नैना ठग लेंगे, हो नैना ठग लेंगे, ठग लेंगे, नैना ठग लेंगे। वाओ, ब्यूटीफुल ब्यूटीफुल। मतलब कि मैं कहना फिर सिलेक्शन किस तरह, थोड़ा जिहा साडे ना यंगस्टर्स ਜਿਹੜੇ ਦੇਖ ਰਹੇ ਕਾਂਸ਼ੀ ਟੀਵੀ ਨੂੰ, ਕਾਂਸ਼ੀ ਟੀਵੀ ਬਹੁਤ ਦੂਰ ਤੱਕ ਦੇਖਿਆ ਜਾਂਦਾ ਹੈ, ਹਰ ਤਰ੍ਹਾਂ ਦੇ ਸਾਡੇ ਫੈਮਿਲੀ ਮੈਂਬਰਸ ਦੇਖਦੇ ਨੇ ਪ੍ਰੋਗਰਾਮ। ਯੰਗਸਟਰਸ ਜਿਹੜੇ ਬਾਹਰ ਦੇਖ ਰਹੇ ਨੇ, ਉਹਨਾਂ ਨੂੰ ਥੋੜਾ ਦੱਸੋ ਕਿ ਕਿਸ ਤਰ੍ਹਾਂ ਸਿਲੈਕਸ਼ਨ ਹੁੰਦੀ ਹੈ ਟੂ ਗੋ ਇਨ ਅ ਰਿਐਲਿਟੀ ਸ਼ੋਜ਼? ਰਿਐਲਿਟੀ ਸ਼ੋਜ਼ ਦੇ ਵਿੱਚ ਸਭ ਤੋਂ ਪਹਿਲਾਂ ਜੀ ਤੁਹਾਡੀ ਆਡੀਸ਼ਨ ਹੁੰਦੀ ਹੈ ਤੁਹਾਡੇ ਸ਼ਹਿਰ ਦੇ ਵਿੱਚ? ਸਾਡੇ ਸ਼ਹਿਰ ਦੇ ਵਿੱਚ ਜਾਂ ਕਿਸੇ ਲਾਗਲੇ ਸ਼ਹਿਰ ਦੇ ਵਿੱਚ, ਨੇੜੇ ਦੇ ਸ਼ਹਿਰ 'ਚ? ਅੱਛਾ, ਤੁਹਾਡੀ ਕਿੱਥੇ ਹੋਈ? ਸਾਡੀ ਹੋਈ ਲੁਧਿਆਣੇ ਹੋਈ। ਹਾਂਜੀ, ਲੁਧਿਆਣੇ ਹੁੰਦੀ ਆ ਬੇਸਿਕਲੀ, ਚੰਡੀਗੜ੍ਹ ਤੁਹਾਡੇ ਸ਼ਹਿਰ ਦੇ ਵਿੱਚ, ਹਾਏ ਹਾਏ ਚੰਡੀਗੜ੍ਹ ਔਰ ਜਲੰਧਰ, ਅੰਮ੍ਰਿਤਸਰ, ਇਹ 4-5 ਸ਼ਹਿਰ ਪੰਜਾਬ ਦੇ ਵੱਡੇ ਹੈਗੇ ਨੇ ਜਿੱਥੇ ਆਡੀਸ਼ਨ ਕਰ ਲੈਂਦੇ। ਅੱਛਾ, ਤੇ ਸਾਡੀ ਲੁਧਿਆਣੇ ਹੋਈ, ਫਿਰ ਲੁਧਿਆਣੇ ਤੋਂ ਬਾਅਦ ਮੈਗਾ ਆਡੀਸ਼ਨ ਚੰਡੀਗੜ੍ਹ ਦੇ ਵਿੱਚ ਹੋਈ, ਤੁਹਾਡੇ ਸ਼ਹਿਰ 'ਚ। ਆਈ ਲਵ ਇਟ ਜਦੋਂ ਮੇਰਾ ਸ਼ਹਿਰ ਕਹਿੰਦਾ। ਅੱਛਾ, ਉੱਥੋਂ ਫਿਰ ਫਾਈਨਲਾਈਜ਼ ਕਰਦੇ ਕਿਹੜੇ? ਹਾਂਜੀ, ਫਿਰ ਚੰਡੀਗੜ੍ਹ ਤੋਂ ਸਿਲੈਕਸ਼ਨ ਹੋ ਗਏ, ਫਿਰ ਬੰਬੇ ਸਿੱਧਾ ਬੰਬੇ ਜਾ ਕੇ ਫਿਰ ਇੱਕ ਸਿਲੈਕਸ਼ਨ। ਅੱਛਾ, ਹਾਂਜੀ, ਉਹ ਅਲੱਗ-ਅਲੱਗ ਜਗ੍ਹਾ ਤੋਂ ਆਏ ਹੁੰਦੇ? ਜੀ, ਕਿਉਂਕਿ ਪਹਿਲਾਂ ਲੁਧਿਆਣੇ ਜਿਹੜੇ ਉਹ ਪੰਜਾਬ ਦੇ ਜਾਣੇ ਆ, ਫਿਰ ਪੰਜਾਬ ਦੇ ਸਿਲੈਕਟ ਹੋ ਕੇ ਚੰਡੀਗੜ੍ਹ ਜਾਣੇ ਆ, ਹਰਿਆਣੇ ਦੇ ਸਿਲੈਕਟ ਹੋ ਕੇ ਚੰਡੀਗੜ੍ਹ ਜਾਣੇ ਆ, ਹਿਮਾਚਲ ਦੇ ਚੰਡੀਗੜ੍ਹ ਜਾਣੇ, ਉੱਥੋਂ ਸਿਲੈਕਟ ਹੋ ਕੇ ਫਿਰ ਬੰਬੇ ਜਾਣੇ, ਫਿਰ ਬੰਬੇ ਪੂਰੇ ਇੰਡੀਆ ਦੇ ਵਿੱਚ, ਜਿੰਨੇ ਇੰਡੀਆ ਤੋਂ ਆਏ ਹੋਣ। ਹਾਂਜੀ, ਫਿਰ ਉੱਥੇ ਸਿਲੈਕਸ਼ਨ ਹੋਣੀ ਆ ਵੀ ਜਿਹੜਾ ਚੰਗਾ ਗਾਉਂਦਾ, ਫਿਰ ਉਹਨੂੰ ਅੱਗੇ ਸ਼ੋਅ ਦੇ ਵਿੱਚ ਲੈ ਕੇ ਜਾਂਦੇ। ਆਈ ਮੀਨ ਐਨੇ ਦੇ ਵਿੱਚੋਂ ਗੁਜ਼ਰਨਾ ਡਿਫਿਕਲਟ ਸਫਰ ਹੈ, ਸੋ ਡਿਫਿਕਲਟ ਹੈ ਨਾ, ਕਿਉਂਕਿ ਉੱਥੇ ਥਾਊਜ਼ੈਂਡਸ ਆਏ ਹੁੰਦੇ। ਬਿਲਕੁਲ ਜੀ, ਬਿਲਕੁਲ। ਅੱਛਾ, ਤੁਸੀਂ ਯਕੀਨ ਮੰਨੋ ਵੀ ਸਵੇਰ ਦੇ ਲਾਈਨ ਦੇ ਵਿੱਚ ਲੱਗੇ ਹੋਏ ਆਡੀਸ਼ਨ ਦੇਣ ਵਾਸਤੇ। ਅੱਛਾ, ਸਾਡੀ ਵਾਰੀ ਆਈ ਜਾ ਕੇ 7, 7:30 ਸ਼ਾਮ ਨੂੰ।
ਸਵੇਰ ਦੇ ਲੱਗੇ ਸਵੇਰ ਦੇ ਲੱਗੇ। ਤੇ ਖਾਣਾ ਪਾਣੀ ਬਸ ਉਹ ਬੈਗਾਂ ਦੇ ਵਿੱਚ ਆਪਣੇ ਫਰੂਟਸ ਵਗੈਰਾ ਜਾਂ ਬਿਸਕਟਸ। ਪਤਾ ਕੀ ਇਹਨੂੰ ਕਹਿੰਦੇ ਲਗਨ ਲੱਗੀ ਔਰ ਇਹੀ ਸਟਰਗਲ ਹੈ ਜੀ। ਬਿਲਕੁਲ ਸਟਰਗਲ ਜ਼ਿੰਦਗੀ 'ਚ ਕੋਈ ਵੀ ਕੰਮ ਹੋਵੇ ਜੀ, ਕੋਈ ਕੰਮ ਹੋਵੇ, ਸਟਰਗਲ ਤਾਂ ਜ਼ਿੰਦਗੀ 'ਚ ਕਰਨੀ ਪੈਂਦੀ ਬਿਲਕੁਲ ਜੀ। ਜੇ ਕੋਈ ਕਹੇ ਨਾ ਓਵਰਨਾਈਟ ਸਟਾਰ ਬਣ ਜਾਈਏ, ਓਵਰਨਾਈਟ ਉਤਰ ਜਾਂਦੇ ਹੈ ਨਾ। ਮੈਂ ਕਿੰਨੇ ਸਿੰਗਰਸ ਮੇਰੇ ਕੋਲ ਰੇਡੀਓ ਤੇ ਵੀ ਆਏ, ਇੱਥੇ ਵੀ ਆਏ ਕਿ ਜਿਨ੍ਹਾਂ ਨੇ ਇੱਕ ਦੋ ਗਾਣਾ ਗਾਇਆ ਜੀ, ਉਹ ਚੜ ਗਿਆ ਜੀ, ਉਸ ਤੋਂ ਬਾਅਦ ਕੋਈ ਗਾਣਾ ਹੀ ਨਹੀਂ ਗਾਇਆ। ਬਿਲਕੁਲ ਜੀ। ਕਿੰਨੇ ਮੇਰੇ ਕੋਲ, ਮੈਂ ਨਾਮ ਨਹੀਂ ਲੈਣਾ ਚਾਹੁੰਦੀ, ਕਿੰਨੇ ਐਸੇ ਸਿੰਗਰਸ ਨੇ। ਸੋ ਇਟਸ ਗੁੱਡ ਕਿ ਤੁਸੀਂ ਪ੍ਰੈਕਟਿਸ ਕਰਕੇ, ਤੁਸੀਂ ਰਿਆਜ਼ ਕਰਕੇ ਉੱਥੇ ਤੱਕ ਪਹੁੰਚੇ ਤੇ ਫਿਰ ਪ੍ਰੋਫੈਸ਼ਨਲੀ ਗਾਣਾ ਉਸ ਤੋਂ ਬਾਅਦ ਸ਼ੁਰੂ ਕੀਤਾ ਕਿ ਉਸ ਤੋਂ ਪਹਿਲਾਂ ਹੀ ਗਾ ਰਹੇ? ਨਹੀਂ, ਪ੍ਰੋਫੈਸ਼ਨਲੀ ਤਾਂ ਮੈਂ ਉਸ ਤੋਂ ਪਹਿਲਾਂ ਗਾ ਰਿਹਾ ਜੀ। ਤਕਰੀਬਨ 2012 ਤੋਂ ਮੈਂ ਪੰਜਾਬ ਦੇ ਇੰਡੀਆ ਦੇ ਵਿੱਚ ਸ਼ੋਅ ਕਰ ਰਿਹਾ। ਅੱਛਾ 9-10 ਸਾਲ ਪਹਿਲਾਂ ਤੋਂ। ਅੱਛਾ ਦੈਟਸ ਗੁੱਡ। ਤੇ ਉੱਥੇ ਫਿਰ ਇੰਡੀਆ ਦੇ ਵਿੱਚ ਕਿਤੇ, ਪੰਜਾਬ 'ਚ ਕਿਤੇ ਸ਼ੋਅਸ ਕਿ ਕਿਤੇ ਬਾਹਰ ਵੀ? ਹਾਂਜੀ, ਪੰਜਾਬ ਦੇ ਵਿੱਚ ਤਾਂ ਮਤਲਬ ਜ਼ਿਆਦਾ ਹੁੰਦੇ ਨਾ ਪ੍ਰੋਗਰਾਮ। ਉੱਥੇ ਤਾਂ ਵੀਕਡੇ 'ਚ ਵਿਹਲੇ ਸਾਰੇ। ਨਹੀਂ, ਵਿਹਲੇ ਵੀ ਨਹੀਂ ਆਪਾਂ ਕਹਿ ਸਕਦੇ, ਪੰਜਾਬੀ ਬਹੁਤ ਮਿਹਨਤੀ ਹੈ। ਮੈਂ ਕਹਿ ਰਹੀ ਹਾਂ ਕਿ ਉੱਥੇ ਵੀਕਡੇਜ਼ 'ਚ ਵੀ ਸ਼ੋਅ ਹੁੰਦੇ ਰਹਿੰਦੇ। ਸ਼ੋਅ ਹੁੰਦੇ ਹਾਂਜੀ। ਕਿਉਂਕਿ ਕੋਈ ਮੈਰਿਜ ਆ ਗਈ ਕਿਸੇ ਦੀ, ਕੋਈ ਪਾਰਟੀ, ਬਰਥਡੇ ਆ ਗਿਆ, ਉੱਥੇ ਮਤਲਬ ਛੋਟੀਆਂ ਚੀਜ਼ਾਂ ਵੀ ਸੈਲੀਬ੍ਰੇਟ ਕਰਦੇ ਹਾਂਜੀ। ਯੂ ਨੋ ਵਿਹਲੇ ਮੇਰਾ ਕਹਿੰਦਾ ਨਾਟ ਇਨ ਦੈਟ। ਹਾਂਜੀ। ਮੇਰਾ ਮਤਲਬ ਦੱਸਣ ਦਾ ਇਹ ਸੀਗਾ ਕਿ ਮੈਂ ਵੀ ਜਾ ਕੇ ਆਈ ਹਾਂ ਹੁਣੇ ਲੇਟਲੀ ਇੰਡੀਆ, ਚੰਡੀਗੜ੍ਹ, ਦਿੱਲੀ ਗਈ ਸੀ। ਤੇ ਉਹ ਵਿਆਹ ਨਾ ਮਤਲਬ ਕਿ ਸਾਰਾ ਵੀਕ ਨਹੀਂ, ਉਹ 10 ਦਿਨ ਚੱਲਦਾ ਰਿਹਾ ਵੀਕਡੇਜ਼ 'ਚ। ਹਾਂਜੀ, ਵਿਆਹ ਏਦਾਂ ਹੀ ਹੈ ਨਾ। ਤੇ ਤਾਂ ਮੈਂ ਕਹਿ ਰਹੀ ਹਾਂ ਕਿ ਵੀ ਉੱਥੇ ਨਾ ਵੀਕਡੇਜ਼ 'ਚ ਵੀ ਫੰਕਸ਼ਨ ਹੁੰਦੇ ਰਹਿੰਦੇ। ਇਹ ਨਹੀਂ ਉਡੀਕਦੇ, ਇੱਥੇ ਤਾਂ ਸਾਰੇ ਉਡੀਕਦੇ ਆ ਨਾ ਵੀਕਐਂਡ ਆਊਗਾ ਤਾਂ ਫੰਕਸ਼ਨ ਕਰਾਂਗੇ, ਕਿਉਂਕਿ ਵੀਕਡੇਜ਼ 'ਚ ਸਾਰੇ ਬਿਜ਼ੀ ਹੈ ਤੇ ਇੰਡੀਆ 'ਚ ਕਰਦੇ ਹੀ। ਹਾਂਜੀ। ਫਿਰ ਪੰਜਾਬ ਤੋਂ ਇਲਾਵਾ ਪੂਨੇ, ਮੁੰਬਈ, ਦਿੱਲੀ, ਨੋਇਡਾ, ਗੋਆ, ਆਪਣੇ ਸਾਰੇ ਆਉਂਦੇ, ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਵਿਆਹਾਂ ਦੇ ਪ੍ਰੋਗਰਾਮ, ਪ੍ਰਾਈਵੇਟ ਮਹਿਫਿਲਸ, ਤੇ ਉਹ ਸਾਰੇ ਕਰਦਾ ਜੀ। ਤੇ ਯੂਕੇ 'ਚ ਪਹਿਲੀ ਵਾਰੀ ਆਏ? ਯੂਕੇ ਫਸਟ ਟਾਈਮ ਹੈ ਮੇਰਾ। ਇਸ ਤੋਂ ਪਹਿਲਾਂ ਮੇਰਾ ਇੱਕ ਦੁਬਈ ਟੂਰ ਲੱਗਾ ਸੀ। ਅੱਛਾ। ਦੀਵਾਲੀ ਦੇ ਪ੍ਰੋਗਰਾਮ ਸੀ ਉੱਥੇ 2019 ਦੇ ਵਿੱਚ। ਅੱਛਾ। ਹਾਂਜੀ। ਫਿਰ ਉਸ ਤੋਂ ਬਾਅਦ ਕੋਵਿਡ ਲੱਗ ਗਿਆ, ਘਰ ਬਹਿ ਗਏ। ਕੋਵਿਡ ਤੋਂ ਬਾਅਦ ਹੁਣ ਨਿਕਲੇ ਆ। ਤੇ ਯੂਕੇ ਕਿਹਦਾ ਲੱਗਿਆ ਸਰ? ਬਹੁਤ ਵਧੀਆ ਜੀ, ਬਹੁਤ ਵਧੀਆ। ਮਤਲਬ ਜਿੱਦਾਂ ਹੀ ਮੈਂ ਪਲੇਨ ਦੇ ਵਿੱਚ ਉਤਰਿਆ, ਦੇਖ ਕੇ ਬਾਹਰ ਦਾ ਮਾਹੌਲ, ਮੇਰੀ ਤਾਂ ਰੂਹ ਗਦਗਦ ਹੋ ਗਈ। ਹਾਏ ਉੱਪਰ ਦੀ ਅੱਜ ਤੁਹਾਡੇ ਦਰਸ਼ਨ ਹੋ ਗਏ ਆ ਕੇ। ਮੇਰੇ ਦਰਸ਼ਨ ਜਿਹੜੇ ਤੁਹਾਨੂੰ ਸਾਥ ਦੇ ਰਹੇ ਨੇ, ਜਿਹੜੇ ਤੁਹਾਨੂੰ ਲੈ ਕੇ ਆਏ ਨੇ, ਉਹਨਾਂ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ। ਕਿ ਸਾਡੀ ਬ੍ਰੇਕ ਦਾ ਟਾਈਮ ਹੋ ਜਾਣਾ, ਇੱਕ ਅੱਧੀ ਲਾਈਨ ਮੈਨੂੰ ਹੋਰ ਸੁਣਾ ਦਿਓ, ਕੋਈ ਪੰਜਾਬੀ ਜਾਂ ਹਿੰਦੀ ਦੇ। ਠੀਕ ਹੈ ਦੋਸਤੋ, ਕਿਉਂਕਿ ਇਹ ਐਨੇ ਉੱਪਰ ਅਹੁਦੇ ਤੇ ਗਏ ਫਾਈਨਲਾਈਜ਼ ਹੋ ਕੇ, ਤੇ ਫਿਰ ਇਹ ਹਿੰਦੀ ਦੇ ਤੇ ਪੰਜਾਬੀ ਦੇ ਦੋਨੇ ਤਰ੍ਹਾਂ ਦੇ ਗੀਤ ਗਾਉਂਦੇ ਆ। ਬ੍ਰੇਕ ਤੋਂ ਪਹਿਲਾਂ ਕਿਉਂ ਨਾ ਆਪਾਂ 1-2 ਲਾਈਨਾਂ ਹੋਰ ਸੁਣੀਏ। ਹਾਂਜੀ। ਜਿੱਦਾਂ ਤੁਸੀਂ ਕਿਹਾ ਵੀ ਗਰਾਰੀਆਂ ਮੁਰਕੀਆਂ ਬਹੁਤ ਆਉਂਦੀਆਂ ਹੋਣੀਆਂ, ਮੈਂ ਕੋਸ਼ਿਸ਼ ਕਰਦਾ ਇੱਕ ਉਦਾਂ ਇੱਕ ਜਰਾ ਮੈਨੂੰ ਨਾ ਥੋੜਾ ਕਲਾਸਿਕਲ ਸਰਗਮ ਤੇ ਤਾਨਾ ਸੁਣਾ ਦੇ। आज इबादत, आज इबादत रूबरू हो गई। आज इबादत रूबरू हो गई, जो जो मांगी थी उस दुआ से गुफ्तगू हो गई। क्या बात है। आज इबादत रूबरू हो गई। बहुत अच्छे, बहुत अच्छे, बहुत अच्छे। दोस्तों,
ਛੋਟੀ ਜੀ ਬ੍ਰੇਕ ਵੱਲ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਸਭ ਦਾ ਸਵਾਗਤ ਕਰਾਂਗੇ, ਜੀ ਆਇਆਂ ਨੂੰ ਕਵਾਂਗੇ, ਜੀ ਸੱਦ ਕੇ ਕਵਾਂਗੇ ਦੂਰ ਨਾ ਜਾਣਾ, ਨੇੜੇ ਨੇੜੇ ਰਹਿਣਾ, ਜਸਟ ਔਨ ਕਾਂਸ਼ੀ ਟੀਵੀ ਚੈਨਲ 772 ਤੇ। ਜਿਸ ਤਰ੍ਹਾਂ ਕਿ ਤੁਸੀਂ ਪਿੱਛੇ ਸਾਈਨ ਦੇਖ ਰਹੇ ਹੋ, ਹਲੇ ਸਾਡੇ ਅਪੀਲ ਕਾਂਸ਼ੀ ਟੀਵੀ ਦੀ ਚੱਲ ਰਹੀ ਹੈ ਤੇ ਅਸੀਂ ਤੁਹਾਨੂੰ ਪੂਰਾ ਤਰ੍ਹਾਂ ਕਵਾਂਗੇ ਕਿ ਪੂਰਾ ਸਪੋਰਟ ਆਪਣਾ ਕਰੋ ਕਾਂਸ਼ੀ ਟੀਵੀ ਨੂੰ, ਤਾਂ ਕਿ ਕਾਂਸ਼ੀ ਟੀਵੀ ਦੇ ਅਸੀਂ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਈਏ, ਤਾਂ ਕਿ ਜਿਹੜੇ ਵੀ ਸਿੰਗਰਸ ਆਲ ਅਰਾਊਂਡ ਦਾ ਵਰਲਡ ਨੇ ਉਹਨਾਂ ਨੂੰ ਲਿਆ ਕੇ ਤੁਹਾਡੇ ਅੱਗੇ ਪੇਸ਼ ਕਰੀਏ ਆਪਣੇ ਸਿਤਾਰੇ ਪ੍ਰੋਗਰਾਮ ਦੇ ਵਿੱਚ, ਤਾਂ ਕਿ ਤੁਹਾਨੂੰ ਵੀ ਲੱਗੇ ਵਾਹ ਕਾਂਸ਼ੀ ਟੀਵੀ ਤੇ ਕੀ ਅੱਜ ਪ੍ਰੋਗਰਾਮ ਦੇਖਿਆ। ਸੋ ਇਹ ਤਾਂ ਹੀ ਹੋਏਗਾ ਜੇ ਤੁਸੀਂ ਕਾਂਸ਼ੀ ਟੀਵੀ ਨੂੰ ਪੂਰੀ ਤਰ੍ਹਾਂ ਸਪੋਰਟ ਕਰਾਂਗੇ। ਔਰ ਛੋਟੀ ਜਿਹੀ ਬ੍ਰੇਕ ਵੱਲ ਜਾ ਰਹੇ ਹਾਂ, ਕਿਤੇ ਨਹੀਂ ਜਾਣਾ, ਸੱਚੀ ਕਹਿ ਰਹੀ ਹਾਂ, ਦੂਰ ਨਾ ਜਾਣਾ, ਬਸ ਅਸੀਂ ਗਏ ਤੇ ਆਏ। ਤੁਸੀਂ ਵੀ ਪਾਣੀ ਧਾਣੀ ਪੀ ਲਓ, ਅਸੀਂ ਵੀ ਥੋੜ੍ਹਾ ਪੀ ਲਈਏ। ਬਸ ਸਟੇ ਟਿਊਨ, ਵਿਲ ਬੀ ਬੈਕ really soon। मुझे तुमसे प्यार कितना ये हम नहीं जानते, मगर जी नहीं सकते तुम्हारे बिना। हमें तुमसे प्यार कितना ये हम नहीं जानते, मगर जी नहीं सकते तुम्हारे बिना। जी हाँ दोस्तों, साडा प्यार ਤੁਹਾਡਾ ਪਿਆਰ ਕਾਂਸ਼ੀ ਟੀਵੀ ਤੇ ਇਹ ਪਿਆਰ ਮੰਨਿਆ ਜਾ ਰਿਹਾ ਹੈ, ਕਿਉਂਕਿ ਤੁਸੀਂ ਪਿਆਰ ਕਰਦੇ ਹੋ ਕਾਂਸ਼ੀ ਟੀਵੀ ਨੂੰ, ਤਾਂ ਅਸੀਂ ਤੁਹਾਡੇ ਲਈ ਹੀ ਜਿੰਦਾ ਹਾਂ ਇੱਥੇ। ਨਹੀਂ ਤਾਂ ਕਾਂਸ਼ੀ ਟੀਵੀ ਨੂੰ ਕੋਈ ਨਾ ਪੁੱਛੇ, ਲੇਕਿਨ ਕਾਂਸ਼ੀ ਟੀਵੀ ਬੜੇ ਦੇਸ਼ਾਂ ਦੇ ਵਿੱਚ ਜਾ ਰਿਹਾ ਹੈ, ਸਾਰੇ ਦੇਸ਼ਾਂ ਤੋਂ ਪਿਆਰ ਆ ਰਿਹਾ ਹੈ, ਬੜਾ ਭਰਮਾ ਹੁੰਗਾਰਾ ਆ ਰਿਹਾ ਹੈ। ਸਾਨੂੰ ਇਹ ਬੜੀ ਖੁਸ਼ੀ ਹੁੰਦੀ ਹੈ, ਤਾਂ ਹੀ ਅਸੀਂ ਐਸੇ ਗੀਤ ਸੁਣਾਉਂਦੇ ਹਾਂ ਕਿ ਤੁਹਾਡੇ ਪਿਆਰ ਦੇ ਨਾਲ ਅਸੀਂ ਉੱਡੇ ਫਿਰਦੇ ਹਾਂ। ਲੇਕਿਨ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ कबूल करो, स्वीकार करो जगदीप वालों गुड इवनिंग, नमस्ते, अस्सलाम वालेकुम ते बड़ी प्यार भरी सत श्री अकाल, जय गुरुदेव। होर सुनियो की हाल चाल। आपने सितारे प्रोग्राम दे विच तुहानूं पता है हमेशा ही कलाकार आंदे ने, कलाकारां आंदियां ने, और म्यूजिशियंस आंदे ने, पोइट्स आंदे ने, साडे कोल भंगड़े वाले, गिद्धे वाले, हॉलीवुड, बॉलीवुड, लॉलीवुड, पॉलीवुड, नाउ सारी जगह तो आंदे सिंगर्स कलाकार साडे कोल। जो अज मेरे को कलाकार आया, अगर तुसीं हुणे टैलीविजन ऑन कीता है, मैं तुहानूं दस्सांगी जो अज मेरे को कलाकार आया, ही हैज़ गॉट ब्यूटीफुल वॉइस। साडे वन एंड ओनली अमित अनवर जी, असीं उन्हां दा स्वागत करांगे, जी आਇਆਂ ਨੂੰ ਕਵਾਂਗੇ। ਵੈਲਕਮ ਬੈਕ ਜੀ। ਥੈਂਕ ਯੂ ਜੀ, ਥੈਂਕ ਯੂ ਫਿਰ ਤੋਂ ਇੱਕ ਵਾਰੀ ਆਏ ਹਾਏ ਬ੍ਰੇਕ ਤੋਂ ਬਾਅਦ। ਆਏ ਹਾਏ बड़ी खूबसूरत आवाज़ है। थैंक यू सो मच। हाँ परमात्मा दा बिल्कुल, मैं तो कहना सी थिंद साहब दा, मस्ताना जी दा, छिंदा जी दा शुक्रिया अदा करांगे कि जिन्हों ने क्या कि जगदीप आवाज़ सुन के देखी मैनू ऐ कहे कि बार बार आवाज़ सुन के देखियो। सो कांशी टीवी ते हमेशा ही आर्टिस्ट ऐसे आते हैं जिहड़ा कि अपना हुनर दिखाते हैं। सो जेडे साडे देखण वाले हैं ना, तो ताकि वो एक दूसरे को दसन भी कांशी टीवी देखिया करो, उत्ते बहुत ही अच्छे कलाकार आते हैं। हाँ जी, हुण की सुनाओगे पहला टू स्टार्ट विद? स्टार्ट मैं एक तो सतिंदर सरताज दे वर्गे मैंने थोड़ी आवाज़ लगती। हाँ जी, मेरे क्योंकि इंस्पिरेशन ही सरताज साहब ने। अच्छा, कुछ ਉਹਨਾਂ ਦਾ ਸੁਣਾਓ ਫਿਰ। ਉਹਨਾਂ ਨੂੰ ਸੁਣ ਕੇ ਮੇਰੇ ਗਾਉਣ ਦੀ ਜਿਹੜੀ ਲਾਲਸਾ ਉਹ ਹੋਰ ਵੱਧ ਗਈ। ਅੱਛਾ ਜੀ, ਮੈਂ ਇੱਕ ਗੀਤ ਉਹਨਾਂ ਦਾ ਸੁਣਾਣਾ ਤੁਹਾਨੂੰ, ਉਹ ਜੋ ਬੜਾ ਵਰਲਡ ਲੈਵਲ, ਵੈਸੇ ਤਾਂ ਸਾਰੇ ਗਾਣੇ ਉਹਨਾਂ ਦੇ ਸਾਰੇ ਗਾਣੇ ਹਨਾ, ਇੱਕ ਜੋ वर्ल्ड लेवल ते गाना सारियां ने प्यार दिता, हर कम्युनिटी ने प्यार दिता। और मैं ਤੁਹਾਨੂੰ ਦੱਸਾਂ ਸਤਿੰਦਰ ਸਰਤਾਜ ਜੀ ਮੇਰੇ ਕੋਲ 1.5 ਘੰਟਾ ਬੈਠ ਕੇ ਗਏ ਰਹੇ। ਅੱਛਾ ਜੀ, ਜਿੰਨੀ ਵਾਰੀ ਉਹਨਾਂ ਦੇ ਸ਼ੋਅ ਹੁੰਦੇ ਸੀ ਨਾ, ਕਿਸ ਤਰ੍ਹਾਂ ਉਹਨਾਂ ਨੇ ਰੇਡੀਓ ਤੇ ਆਣਾ, ਹਾਂਜੀ, ਤਾਂ ਮੇਰਾ ਉੱਥੇ ਜਿਹੜਾ ਇੱਥੇ ਘੰਟੇ ਦਾ ਪ੍ਰੋਗਰਾਮ ਨਾ, ਉੱਥੇ 2 ਘੰਟੇ ਦਾ। ਅੱਛਾ ਜੀ, ਤਾਂ ਸਾਨੂੰ 1.5 ਘੰਟਾ ਹੀ ਲੰਘ ਜਾਣਾ। ਅੱਛਾ ਜੀ, ਹਾਂਜੀ, ਗੱਲਾਂ ਕਰਦੇ ਹਨ, ਕਿਉਂਕਿ ਵੀ ਚੰਡੀਗੜ੍ਹ ਦਾ ਨਾ ਹੁਣ ਜਦੋਂ ਫਿਰ ਦੋ ਸੂਝਵਾਨ ਲੋਕ, ਦੋ ਵੱਡੀਆਂ ਸੋਚਾਂ ਮਿਲਦੀਆਂ ਤਾਂ ਫਿਰ ਉਹ ਸਮੇਂ ਦਾ ਪਤਾ ਨਹੀਂ ਲੱਗਦਾ। ਨਾਲ ਪਤਾ ਕੀ, ਉਹ ਵੀ ਹੁਣ ਚੰਡੀਗੜ੍ਹ ਰਹਿੰਦੇ ਕਿੰਨੇ ਸਾਲਾਂ ਤੋਂ। ਅੱਛਾ, ਮੈਂ ਵੀ ਚੰਡੀਗੜ੍ਹ ਸਵੇਰੇ ਸੀ, ਪੰਜਾਬ ਯੂਨੀਵਰਸਿਟੀ ਦੀਆਂ, ਸਟੂਡੈਂਟ ਸੈਂਟਰ ਦੀਆਂ, ਉੱਥੇ ਦੀਆਂ ਗੱਲਾਂ ਕਰਨੀਆਂ। ਉਹੀ ਹੈ ਨਾ, ਯਾਦਾਂ ਫਿਰ ਉਹ ਤਾਜ਼ਾ ਹੁੰਦੀਆਂ ਬੰਦੇ ਦੀਆਂ ਨਾ, ਵੀ ਹਾਂ ਮੈਂ ਉੱਥੇ ਫਲਾਨੀ ਜਗ੍ਹਾ ਮੈਂ ਚਾਹ ਪੀਂਦਾ ਹੁੰਦਾ ਸੀ, ਤੇ ਉੱਥੇ ਮੈਂ ਰਹਿੰਦੀ ਸੀ। ਹੁਣ ਤੁਹਾਨੂੰ ਪਿੰਡਾਂ ਦਾ ਕੋਈ ਮਿਲਦਾ ਹੈ ਨਾ, ਤੁਹਾਨੂੰ ਖੁਸ਼ੀ ਹੁੰਦੀ ਹੈ। ਇਸ ਤਰ੍ਹਾਂ ਹੀ ਮੈਨੂੰ ਕੋਈ ਮੇਰੇ ਚੰਡੀਗੜ੍ਹ ਦਾ ਮਿਲਣਾ ਬੜੀ ਖੁਸ਼ੀ ਹੁੰਦੀ ਹੈ। ਹਾਂਜੀ ਬਿਲਕੁਲ। ਹਾਂਜੀ, ਕੀ ਸੁਣਾ ਰਹੇ ਹੋ ਉਹਨਾਂ ਦਾ? ਮੈਂ ਇੱਕ ਉਹਨਾਂ ਦਾ ਗੀਤ ਸੁਣਾਉਣਾ ਹੀ ਤੁਹਾਨੂੰ, ਲਾਵਾਂ ਇਸ਼ਕੇ ਦੇ ਅੰਬਰੀਆਂ ਉਡਾਰੀਆਂ। ਮੈਨੂੰ ਲੱਗਦਾ ਤੁਹਾਨੂੰ ਵੀ ਪਸੰਦ ਹੋਊਗਾ ਜ਼ਰੂਰ। ਬਿਊਟੀਫੁਲ ਉਡਾਰੀਆਂ ਜੀ। ਦੋਸਤੋ, ਸਤਿੰਦਰ ਸਰਤਾਜ ਜਿਸ ਤਰ੍ਹਾਂ ਕਿ ਬਹੁਤ ਹੀ ਖੂਬਸੂਰਤ ਗਾਉਂਦੇ ਨੇ, ਉਹਨਾਂ ਦਾ ਇਹ ਗੀਤ ਬਹੁਤ ਹੀ ਮਸ਼ਹੂਰ ਹੋਇਆ, ਉਡਾਰੀਆਂ। ਤੁਸੀਂ ਵੀ ਸੁਣੋ ਜ਼ਰਾ। ਨਿਗਾਹ ਜਿਸ ਤੇ ਸਵੱਲੀ ਹੋਵੇ ਰੱਬ ਦੀ, ਸੱਚੇ ਇਸ਼ਕ ਦੀ ਲੋਗੇ ਉਹਨੂੰ ਲੱਗਦੀ। ਨਿਗਾਹ
ਇਸ ਤੇ ਸਵੱਲੀ ਹੋਵੇ ਰੱਬ ਦੀ, ਸੱਚੇ ਇਸ਼ਕ ਦੀ ਲਾਗੇ ਉਹਨੂੰ ਲੱਗਦੀ, ਸੱਚੇ ਇਸ਼ਕ ਦੀ ਲਾਗੇ ਉਹਨੂੰ ਲੱਗਦੀ। ਵਾਓ। ਰੋਮ ਰੋਮ ਚ ਸਤਿੰਦਰ ਹੈ ਵਸਿਆ, ਰੋਮ ਚ ਸਤਿੰਦਰ ਹੈ ਵਸਿਆ, ਮੇਰੀ ਆਪਣੀ ਪਰਾਂ ਦੀ ਮੈਨੂੰ ਦੱਸਿਆ, ਓਏ ਜਦੋਂ ਤੱਕ ਮੈਨੂੰ ਮਿੰਨਾ ਜਿਹਾ ਹੱਸਿਆ, ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਵਾਓ, ਬਿਊਟੀਫੁਲ ਬਿਊਟੀਫੁਲ। ਤੁਹਾਡੇ ਪੇਰੈਂਟਸ ਨੇ ਕਿੰਨਾ ਸਪੋਰਟ ਕੀਤਾ ਤੁਹਾਨੂੰ 뮤직 ਦੇ ਵਿੱਚ? ਮੇਰੇ ਪੇਰੈਂਟਸ ਵੱਲੋਂ ਫੁੱਲ ਸਪੋਰਟ ਹੈ ਜੀ ਮੈਨੂੰ 뮤직 ਦੇ ਵਿੱਚ। ਉਹਨਾਂ ਨੇ ਮਤਲਬ ਹਮੇਸ਼ਾ ਹੀ ਮੈਨੂੰ ਹੌਸਲਾ ਦਿੱਤਾ ਕਿ ਤੂੰ ਆਹ ਚੀਜ਼ ਕਰ, ਤੂੰ ਆਹ ਚੀਜ਼ ਕਰ, ਤੂੰ ਕਰ ਸਕਦਾ ਹੈ ਨਾ। ਕਈ ਲੋਕ ਹੁੰਦੇ ਆ ਜਿਨ੍ਹਾਂ ਨੂੰ ਘਰੋਂ ਸਪੋਰਟ ਨਹੀਂ ਮਿਲਦੀ, ਤੇ ਉਹਨਾਂ ਵਿੱਚੋਂ ਮੇਰੇ ਫਾਦਰ ਸਾਹਿਬ ਵੀ ਇੱਕ ਸੀ। ਉਹ ਗਾਉਣਾ ਚਾਹੁੰਦੇ ਸੀ, ਮਤਲਬ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਸੀ, ਅੱਛਾ, ਮਗਰ ਘਰੋਂ ਸਪੋਰਟ ਨਹੀਂ ਸੀ। ਫਿਰ ਉਹ ਕਹਿੰਦੇ ਵੀ ਜੋ ਮੈਂ ਨਹੀਂ ਕਰ ਸਕਿਆ ਉਹ ਮੈਂ ਤੇਰੇ ਵਿੱਚੋਂ ਦੇਖਦਾ ਵੀ ਤੂੰ, ਮੈਂ ਕੋਸ਼ਿਸ਼ ਕਰਦਾ ਵੀ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ। ਹੋਰ ਭੈਣ ਭਰਾ ਵੀ ਤੁਹਾਡੇ ਕੋਲ? ਜੀ, ਛੋਟਾ ਬ੍ਰਦਰ ਹੈ ਮੇਰਾ। ਅੱਛਾ, ਹੋਰ ਉਹ ਗਾਉਂਦੇ? ਉਹ ਤਬਲਾ ਵਜਾ ਲੈਂਦਾ, ਉਹਦਾ ਉਹ ਕਰ ਰਿਹਾ LLB ਕਰ ਰਿਹਾ ਜੀ। ਅੱਛਾ, ਚੰਡੀਗੜ੍ਹ, ਤੁਹਾਡੇ ਚੰਡੀਗੜ੍ਹ ਤੇ ਤੁਸੀਂ ਮਤਲਬ ਸਾਰਾ ਕੁਝ ਕਰਦੇ, ਸਾਡੇ ਚੰਡੀਗੜ੍ਹ ਜਾਂਦੇ ਹੋ? ਹੈ ਚੰਡੀਗੜ੍ਹ ਚ ਹੀ ਤਾਂ ਸਾਰਾ ਕੁਝ ਹੈਗਾ ਜੀ। ਉੱਥੇ ਪੰਜਾਬ ਯੂਨੀਵਰਸਿਟੀ ਚ ਲਾਅ ਕਰਦੇ ਹੋਣੇ ਹੈ ਨਾ? ਹਾਂ, ਸੋ ਸਾਡੇ ਉੱਥੇ ਲਾਅ ਐਡੀਟੋਰੀਅਮ ਹੁੰਦਾ ਸੀ ਯੂਨੀਵਰਸਿਟੀ ਦੇ ਵਿੱਚ, ਜਿੱਥੇ ਅਸੀਂ ਬੜੇ ਪ੍ਰੋਗਰਾਮ ਕੀਤੇ ਲਾਅ ਐਡੀਟੋਰੀਅਮ ਚ ਪੰਜਾਬ ਯੂਨੀਵਰਸਿਟੀ ਦੇ ਵਿੱਚ। ਤਾਂ ਅੱਛਾ, ਉੱਥੇ ਪੜ੍ਹਨ ਗਏ ਆ? ਹਾਂਜੀ। ਤੇ ਤਬਲਾ ਵੀ ਉੱਥੇ ਸਿੱਖਿਆ ਫਿਰ ਉਹਨਾਂ ਨੇ? ਨਹੀਂ, ਤਬਲਾ ਇੱਥੇ ਸਿੱਖਿਆ ਉਹ ਹਾਲੇ ਸੈਕੰਡ ਈਅਰ ਹੈ ਉਹਦਾ। ਅੱਛਾ, ਪਹਿਲਾਂ ਸਕੂਲਿੰਗ ਸਾਰੀ ਨਵਾਂ ਸ਼ਹਿਰ ਤੋਂ ਹੀ ਹੋਈ ਹੈ ਲੋਕਲ, ਤੇ ਫਿਰ ਨਾਲ ਸ਼ੌਕ ਸੀਗਾ ਉਹਨੂੰ, ਨਾਲ ਫਿਰ ਤਬਲਾ ਮੇਰੇ ਨਾਲ। ਹੁਣ ਵੀ ਜਦੋਂ ਅਸੀਂ ਘਰ ਬੈਠਦੇ ਆ ਤਾਂ ਉਹ ਤਬਲਾ ਚੱਕ ਲੈਂਦਾ, ਮੈਂ ਹਾਰਮੋਨੀਅਮ, ਰਿਆਜ਼ ਅਸੀਂ ਇਕੱਠੇ ਕਰੀਦਾ। ਦੈਟਸ ਗੁੱਡ। ਤੇ ਹੋਰ ਕਿਹੜੇ ਸਿੰਗਰ ਦੇ ਗੀਤ ਤੁਸੀਂ ਪਸੰਦ ਕਰਦੇ ਹੋ? ਮੈਨੂੰ ਹੋਰ ਜੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਉਹਨਾਂ ਨੂੰ ਮੈਂ ਬਹੁਤ ਸੁਣਦਾ, ਤੇ ਉਹਨਾਂ ਵਰਗਾ ਗਾ ਤਾਂ ਮੈਂ ਸ਼ਾਇਦ ਕਦੇ ਵੀ ਨਹੀਂ ਸਕਦਾ, ਭਾਵੇਂ 7 ਜਨਮ ਵੀ ਲੈ ਲਵਾਂ। ਕਈ ਨਹੀਂ, ਮਤਲਬ ਗਾ ਤਾਂ ਕੋਈ ਵੀ ਨਹੀਂ ਉਹਨਾਂ ਵਰਗਾ ਸਕਦਾ। ਮੈਂ ਕਹਿੰਦੀ ਹੁੰਦੀ ਜੇ ਉਹਨਾਂ ਦੇ ਨਕਸ਼ੇ ਕਦਮ ਤੇ ਵੀ ਕੋਈ ਚੱਲਦਾ ਹੈ ਨਾ, ਦੈਟਸ ਗ੍ਰੇਟ। ਉਹ ਹਿੰਮਤ ਕਰਨੀ, ਬਿਲਕੁਲ, ਯੂ نو। ਸੋ ਉਹ ਨਕਸ਼ੇ ਕਦਮ ਤੇ ਚੱਲਣਾ, ਅਸੀਂ ਵੀ ਸਭ ਦੇ ਨਕਸ਼ੇ ਕਦਮ ਤੇ ਚੱਲ ਰਹੇ ਹਾਂ। ਜੀ ਜੀ ਜੀ, ਯੂ نو। ਤੇ ਮਨਮੋਹਨ ਵਾਰਿਸ ਦਾ ਵੀ ਤੁਸੀਂ ਕੋਈ ਗਾ ਰਹੇ ਸੀ? ਮੈਂ ਹਾਂਜੀ, ਵਾਰਿਸ ਸਾਹਿਬ ਦਾ ਇੱਕ ਗਾਣਾ, 2 ਲਾਈਨਾਂ ਉਹਦੀਆਂ ਸੁਣਾ ਦਿਓ। ਫਿਰ ਨੁਸਰਤ ਸਾਹਿਬ ਦਾ ਉਹ ਆਂਦਾ ਹਾਨੀਆਂ, ਜੀ ਮੈਂ ਸੁਣਾ ਦਿੰਦਾ। ਆਈ ਲਵ ਦੈਟ, ਲਵ ਦੈਟ। ਮੈਂ ਇਸ ਤੋਂ ਬਾਅਦ ਸੁਣਾਣਾ ਇੱਕ, ਇਹ ਜਿੱਦਾਂ ਪੰਜਾਬ ਦਾ ਫੋਕ ਰੰਗ ਹੈ, ਇਹ ਤੁਹਾਨੂੰ ਜ਼ਰੂਰ ਚੰਗਾ ਲੱਗੂਗਾ, ਮੈਂ ਸੁਣਾਉਣਾ ਜੀ ਥੋੜਾ। ਹਾਂਜੀ, ਮੈਂ ਤਾਂ ਕਹਿਣਾ ਦੋਸਤੋ ਕਿ ਇਹ ਹਰ ਇੱਕ ਰੰਗ ਗਾਣਾ ਚਾਹੁੰਦੇ ਹੈ, ਔਰ ਮੈਨੂੰ ਅੱਛਾ ਲੱਗ ਰਿਹਾ ਕਿ ਜਿਹੜੇ ਵੀ ਸਿੰਗਰ ਦੇ ਵਿੱਚ ਨਾ ਵਰਸਟਾਈਲ ਸਿੰਗਰ ਹੋਣਾ ਚਾਹੀਦਾ। ਇਹ ਨਹੀਂ ਕਿ ਇੱਕ ਜਨਰ ਦੇ ਵਿੱਚ ਹੀ ਗਾਵੇ, ਉਹ ਜਿਸ ਤਰ੍ਹਾਂ ਵੀ ਕੋਈ ਕਵੇ। ਖਾਸ ਕਰਕੇ ਜਦੋਂ ਕੰਪੀਟੀਸ਼ਨ ਦੇ ਵਿੱਚ ਤੁਸੀਂ ਜਾਂਦੇ ਆ, ਤੁਹਾਨੂੰ ਪਤਾ ਹੀ ਨਹੀਂ ਕਿਹੜੇ ਜਨਰ 'ਚ ਉਹਨਾਂ ਨੇ ਗਾਣ ਨੂੰ ਕਹਿ ਦੇਣਾ। ਸੋ ਆਪਾਂ ਸੁਣਦੇ ਹਾਂ ਕੀ ਸੁਣਾਉਣ ਜਾ ਰਹੇ ਸਾਡੇ ਅਮਿਤ ਜੀ। ਸਾਵਣ ਚੜਿਆ, ਤੀਆਂ ਆਈਆਂ, ਪਿੱਪਲਾਂ ਦੇ ਨਾਲ ਪੀਂਘਾਂ ਪਾਈਆਂ, ਉਹ ਇਕੱਠੀਆਂ ਹੋ ਨਣਦਾਂ ਭਰਜਾਈਆਂ, ਤੇ ਇੱਕ ਦੂਜੀ ਨੂੰ ਕਹਿੰਦੀ ਨੀ ਆ ਜਾ ਭਾਬੀ, ਨੀ ਆ ਜਾ ਭਾਬੀ, ਨੀ ਆ ਜਾ ਭਾਬੀ, ਝੂਟ ਲੈ ਪੀਂਘ ਹੁਲਾਰੇ ਲੈਂਦੀ, ਆ ਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ, ਨੀ ਆ ਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ। ਵੇ ਯੂ ਆ ਕਿਆ ਬਾਤ ਹੈ, ਬਹੁਤ ਸੋਹਣਾ ਗਾਉਂਦੇ ਹੋ ਤੁਸੀਂ। ਮਤਲਬ ਮੈਂ ਸੁਰ ਨਾਲ ਸੁਰ ਲਾ ਲੈਂਦੀ ਹਾਂ। ਪਤਾ ਕੀ ਹੈ, ਪ੍ਰੈਕਟਿਸ ਨਹੀਂ ਨਾ ਕੀਤੀ। ਇਹ ਚੀਜ਼ਾਂ ਦੀ ਨਾ ਪ੍ਰੈਕਟਿਸ ਦੀ ਜ਼ਰੂਰਤ ਹੈ। ਜੀ ਬਿਲਕੁਲ, ਤੁਸੀਂ ਜਿੰਨਾ ਰਿਆਜ਼ ਕਰੋ, ਤੇ ਇੱਥੇ ਇਸ ਕੰਟਰੀ 'ਚ ਤਾਂ ਟਾਈਮ ਉਹਨਾਂ ਕੇ ਲੱਗਦਾ ਨਾ। ਨਾਲੇ ਪਤਾ ਕੀ, ਮੈਂ ਤੁਹਾਨੂੰ ਦੱਸਿਆ ਕਿ ਮੈਂ ਪ੍ਰੈਜੈਂਟੇਸ਼ਨ 'ਚ ਪੈ ਗਈ ਆ ਕੇ ਨਾ ਚੰਡੀਗੜ੍ਹ ਤੋਂ। ਸੋ ਉਹਨਾਂ ਚੀਜ਼ਾਂ 'ਚ ਇੰਨਾ ਬਿਜ਼ੀ ਹੋ ਗਏ ਅਸੀਂ, ਸੋ ਇਹਨਾਂ ਚੀਜ਼ਾਂ ਦਾ ਉਹ ਹੀ ਨਹੀਂ ਰਿਹਾ। ਪਰ I love music, that's my passion। ਇਸੇ ਕਰਕੇ ਅਸੀਂ ਕਾਂਸ਼ੀ ਟੀਵੀ ਤੇ ਇਸ ਪਲੇਟਫਾਰਮ ਤੇ ਬੈਠੇ ਹਾਂ। ਸੋ ਕਾਂਸ਼ੀ ਟੀਵੀ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹ ਪਲੇਟਫਾਰਮ ਸਿੰਗਰਸ ਵਾਸਤੇ ਉਹਨਾਂ ਨੇ ਦਿੱਤਾ ਹੋਇਆ। ਬਿਲਕੁਲ ਜੀ, ਕਾਂਸ਼ੀ ਟੀਵੀ ਦੀ ਸਾਰੀ ਟੀਮ ਦਾ, ਕਾਂਸ਼ੀ ਟੀਵੀ ਦਾ
ਮੈਂ ਫਿਰ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਮੈਨੂੰ ਬੁਲਾ ਕੇ ਇੰਨਾ ਮਾਣ ਸਤਿਕਾਰ ਬਖਸ਼ਿਆ। ਬਿਲਕੁਲ, ਕਾਂਸ਼ੀ ਟੀਵੀ ਦੀ ਮੈਨੇਜਮੈਂਟ ਹੈ ਨਾ ਜਿਹੜੀ, ਦੇ ਆਰ ਵੰਡਰਫੁਲ, ਯੂ نو, ਉਹ ਹਰੇਕ ਨੂੰ ਮੌਕਾ ਦਿੰਦੇ ਆ ਕਿ ਇਸ ਪਲੇਟਫਾਰਮ ਤੇ ਆਓ ਤੇ ਕੁਛ ਨਾ ਕੁਛ ਕਰਕੇ ਦਿਖਾਓ। ਕਈ ਹੁੰਦੇ ਆ ਨਾ ਕਿ ਸਿਫਾਰਸ਼ੀ, ਇਹ ਨਹੀਂ, ਅਸੀਂ ਕਹਿੰਦੇ ਆ ਵੀ ਵਾਟ ਯੂ ਨੋ, ਇਹ ਨਹੀਂ ਕਿ ਹੂ ਯੂ ਨੋ, ਵਾਟ ਯੂ ਨੋ। ਸੋ ਤੁਸੀਂ ਉਹਨਾਂ ਚੋਂ ਕਿ ਤੁਸੀਂ ਆਪਣੀ ਆਵਾਜ਼ ਨੂੰ ਨਿਖਾਰਿਆ, ਥੈਂਕ ਯੂ, ਪ੍ਰੈਕਟਿਸ ਕਰਦੇ, ਥੈਂਕ ਯੂ ਸੋ ਮਚ। ਮਤਲਬ ਹਰੇਕ ਸਿੰਗਰ ਜਿਹੜੇ ਸ਼ੁਰੂ ਹੁੰਦੇ ਆ ਨਾ, ਉਹਨਾਂ 'ਚ ਕਈ ਵਾਰੀ ਇੰਨੀ ਕਾਬਲੀਅਤ ਨਹੀਂ ਹੁੰਦੀ। ਕਈਆਂ ਨੂੰ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ, ਕਈਆਂ ਨੂੰ ਇੰਝ ਲੱਗਦਾ ਵੀ ਉੱਚੀ ਉੱਚੀ ਪੰਜਾਬੀ ਗਾਣੇ ਗਾ ਕੇ ਨਾ ਸਿੰਗਰ ਬਣ ਗਏ। ਹਾਂਜੀ ਹਾਂਜੀ। ਪਰ ਜਿਹੜੀ ਇਹ ਨੌਲੇਜ ਹੋਣੀ ਮਿਊਜ਼ਿਕ ਦੀ, ਤਾਨਾ ਸਰਗਮਾਂ ਦੇ ਨਾਲ ਉਹਨਾਂ ਨਾਲ ਪ੍ਰੈਕਟਿਸ ਕਰਨੀ, ਦੈਟਸ ਕਾਊਂਟਸ ਅ ਲੋਟ। ਹਾਂਜੀ, ਹੁਣ ਕੀ ਸੁਣਾਓਗੇ? ਤੁਹਾਡੀ ਫਰਮਾਇਸ਼ ਸਾਹਿਬ। ਵਾਹ। ਤੁਹਾਡਾ ਫੇਵਰਿਟ? ਯੂ نو, ਉਹ ਆਇਆ ਸੀ ਇੱਕ ਸਿੰਗਰ ਇੱਥੇ, ਉਹਦੇ ਵੀ ਗਾਣੇ ਮੈਂ ਬੜੇ ਹੀ ਸੁਣੇ, ਮੈਂ ਬਾਅਦ 'ਚ ਸੋਚ ਕੇ ਦੱਸਦੀ, ਪਹਿਲਾਂ ਸੁਣਾਓ ਫਿਰ ਵੀ ਉਹਨੇ ਕਿਹਨੇ ਸੁਣਾਇਆ ਸੀ ਮੈਨੂੰ, ਟੀਵੀ ਤੇ ਹੀ ਸੁਣਾਇਆ ਸੀ। ਠੀਕ जाने खुदा, वाओ, ब्यूटीफुल, महरमा तेरे सिवा कौन मेरा है, कदी ना हो जुदा, छोड़ी ना साथ मेरा। ब्यूटीफुल, ब्यूटीफुल। पुछ काले बदला तो सीने विच अग ला के लंघ गईयां कई बरसातां, कीते वादे कसमां तैनूं वे याद कदी नहीं आईयां, आ भी जाना सता वास्ता प्यार दा, ए रुत्तां सोहणिया मुड़नियां नियां, तेरे बिन तेरे बिन तेरे बिन तेरे बिन नहीं लगदा दिल मेरा ढोलना, तेरे बिन नहीं लगदा दिल मेरा ढोलना, तेरे बिन नहीं लगदा दिल मेरा ढोलना, तेरे बिन नहीं लगदा दिल मेरा ढोलना। हानिया तो क्या है? हानिया ब्यूटीफुल। नाउ मैंने जानिया ब्यूटीफुल, ब्यूटीफुल। जसविंदर डगामिया मेरे को आया सी। अच्छा जी। ਉਹਨੇ ਆ ਸੁਣਾਇਆ ਸੀ। ਅੱਛਾ ਜੀ। ਉਹਨੇ ਜਦੋਂ ਸ਼ੁਰੂ ਕੀਤਾ ਨਾ ਹਾਨੀਆਂ ਤੋਂ ਹੀ, ਓ ਇਟ ਵਾਸ ਮਾਰਵਲਸ। ਮੈਂ ਤਾਂ ਕਿਹਾ ਨਾ ਕਿ ਜਿਹੜੇ ਆਪਣੇ ਸਿੰਗਰਸ, ਜਿਹੜੇ ਸੀਨੀਅਰ ਸਿੰਗਰਸ ਹੋਏ ਆ, ਉਹਨਾਂ ਵਰਗਾ ਨਹੀਂ ਕੋਈ ਗਾ ਸਕਦਾ, ਲੇਕਿਨ ਨਕਸ਼ੇ ਕਦਮ ਤੇ ਚੱਲਣਾ ਫੋਲੋ ਕਰ ਸਕਦੇ ਆਪਾਂ। ਬਿਲਕੁਲ ਫੋਲੋ ਕਰਨਾ ਚਾਹੀਦਾ ਵੀ ਹੈ, ਚੰਗੀਆਂ ਚੀਜ਼ਾਂ ਫੋਲੋ ਕਰਨੀਆਂ ਚਾਹੀਦੀਆਂ। ਬਿਲਕੁਲ ਬਿਲਕੁਲ। ਤੇ ਹੁਣ ਤੁਹਾਡਾ ਏਮ ਕੀ ਹੈ? ਤੁਸੀਂ ਕਿੱਥੇ ਤੱਕ ਪਹੁੰਚਣਾ ਚਾਹੁੰਦੇ ਹੋ ਆਪਣੀ ਸਿੰਗਿੰਗ ਕੈਰੀਅਰ ਦੇ ਵਿੱਚ? ਏਮ ਮੇਰਾ ਇਹੀ ਹੈ ਜੀ, ਮੈਂ ਸਿੰਗਿੰਗ ਲਾਈਨ ਦੇ ਵਿੱਚ ਇੱਕ ਕੈਰੀਅਰ ਬਣਾਉਣਾ ਚਾਹੁੰਦਾ ਆਪਣਾ। ਲੋਕ ਪਸੰਦ ਕਰਨ ਮੇਰੇ ਗੀਤਾਂ ਨੂੰ, ਪਿਆਰ ਦੇਣ, ਔਰ ਮੈਂ ਇੱਕ ਮਾਈਂਡ ਦੇ ਵਿੱਚ ਇਹ ਵੀ ਹੈ ਵੀ ਮੈਂ ਕੋਈ ਇਹੋ ਜਿਹੀ ਚੀਜ਼ ਨਾ ਗਾ ਦੇਵਾਂ ਵੀ ਜੋ ਲੋਕਾਂ ਨੂੰ ਪਸੰਦ ਨਾ ਆਵੇ, ਹੈ ਨਾ। ਤੇ ਚੰਗੀਆਂ ਚੀਜ਼ਾਂ ਮੈਂ ਗਾਉਣ ਦੀ ਹਮੇਸ਼ਾ ਕੋਸ਼ਿਸ਼ ਕਰੂੰਗਾ। ਨਹੀਂ ਕੋਈ ਫਿਊਚਰ ਪਲਾਨਸ ਹੈ ਤੁਹਾਡੀਆਂ ਕਿ ਰਿਕਾਰਡ ਕਰਾਣੇ ਆ ਗੀਤ? ਹਾਂਜੀ ਬਿਲਕੁਲ ਬਿਲਕੁਲ। ਗੀਤ ਤਾਂ ਓਬਵੀਅਸਲੀ ਰਿਕਾਰਡ, ਹੁਣ ਇੱਥੇ ਯੂਕੇ ਵੀ ਆਏ ਆ ਤਾਂ ਗੁਰੂ ਜੀ ਦੇ ਕੋਲ ਬਲਦੇਵ ਮਸਤਾਨਾ ਸਾਹਿਬ, ਉਹਨਾਂ ਕੋਲੇ ਉਹਨਾਂ ਦੇ ਸਟੂਡੀਓ। ਹਾਂਜੀ ਰਿਕਾਰਡਿੰਗ ਹੋਏਗੀ ਜੀ। ਦੈਟਸ ਗੁੱਡ, ਦੈਟਸ ਗੁੱਡ। ਕਿਉਂਕਿ ਪਤਾ ਕੀ ਟਾਈਮ ਜਿਹੜਾ ਹੈ ਨਾ ਬਹੁਤ ਜਲਦੀ ਅੱਗੇ ਲੰਘ ਜਾਂਦਾ। ਬੇਸ਼ੱਕ। ਫਿਰ ਦਿਲ 'ਚ ਰਹਿ ਜਾਂਦਾ, ਹਾਂ ਮੈਂ ਤਾਂ ਗਾਣਾ ਸੀ, ਮੈਂ ਤਾਂ ਇਹ ਰਿਕਾਰਡ ਕਰਨਾ ਸੀ ਇਹ। ਸੋ ਵਾਈ ਨਾਟ ਆਪਣੇ ਦਿਲ ਦੇ ਅਰਮਾਨ, ਦਿਲ ਦੀ ਚਾਹਤ, ਦਿਲ ਦੀ ਤਮੰਨਾ, ਦਿਲ ਦੀ ਆਰਜ਼ੂ ਪੂਰੀ ਕਰਨੀ ਚਾਹੀਦੀ। ਬਿਲਕੁਲ ਬਿਲਕੁਲ ਜੀ। ਯੂ ਨੋ, ਤਾਂ ਕਿ ਇਨਸਾਨ ਦੇ ਦਿਲ 'ਚ ਇਹ ਨਾ ਰਹਿ ਜਾਏ ਕਿ ਵੀ ਮੈਂ ਆਹ ਤਾਂ ਕੀਤਾ ਨਹੀਂ, ਮੈਂ ਮਿਊਜ਼ਿਕ ਲਾਈਨ ਜਾ ਕੇ ਨਹੀਂ ਆਹ ਕੀਤਾ। ਸੋ ਸਾਡੀਆਂ ਦੁਆਵਾਂ ਤੁਹਾਡੇ ਨਾਲ। ਚਲੋ ਹਾਲੇ ਸਫ਼ਰ ਸ਼ੁਰੂ ਕੀਤੇ ਆ ਜੀ, ਬਹੁਤ ਲੰਬਾ ਪੈਂਡਾ
ਤੇ ਜੋ ਪਰਮਾਤਮਾ ਕਰਾਈ ਜਾਊਗਾ ਕਰਦੇ ਜਾਵਾਂਗੇ ਜੀ। ਬਿਲਕੁਲ ਕਰਨਾ ਚਾਹੀਦਾ। ਪਰਮਾਤਮਾ ਵੀ ਕਹਿੰਦਾ, ਪਹਿਲਾਂ ਕਹਿੰਦਾ ਇੰਗਲਿਸ਼ 'ਚ ਕਹਿੰਦੇ ਗੋਡ ਹੈਲਪਸ ਦੋਸ ਹੂ ਹੈਲਪਸ ਦੈਮਸੈਲਵਸ। ਸੋ ਜੇ ਤੁਸੀਂ ਆਪਣੇ ਆਪ ਕੋਸ਼ਿਸ਼ ਕਰੋਗੇ ਨਾ ਤਾਂ ਉੱਪਰ ਵਾਲਾ ਆਪੇ ਹੀ ਦੁਆ ਕਰਦਾ, ਉਹ ਰਸਤੇ ਫਿਰ ਆਪੇ ਹੀ ਬਣਾਉਂਦਾ ਜੀ। ਜਦ ਉਹ ਕਹਿੰਦੇ ਆ ਵੀ ਤੁਸੀਂ ਇੰਗਲਿਸ਼ ਕਹਿਤਾ ਮੈਂ ਪੰਜਾਬੀ 'ਚ ਦੱਸ ਦਿੰਦਾ। ਆਈ ਨੋ, ਉਹ ਕਹਿੰਦੇ ਵੀ ਪਰਮਾਤਮਾ ਘਰ ਬੈਠੇ ਨੂੰ ਕੁਝ ਨਹੀਂ ਦਿੰਦਾ, ਘਰੋਂ ਨਿਕਲ ਕੁਛ ਲੱਭ ਬਾਹਰ ਜਾ ਕੇ ਤੇ ਫਿਰ ਰਸਤਾ ਦੱਸੂਗਾ ਤੇ ਫਿਰ ਉਹ ਵੀ ਫਲ ਮਿਹਨਤ ਨੂੰ ਰੰਗ ਭਾਗ ਲਾਊਗਾ ਜ਼ਰੂਰ। ਅੱਛਾ, ਤੁਸੀਂ ਮੈਨੂੰ ਕਹਿੰਦੇ ਸੀ ਸਕੂਲ ਗਈ ਹੈ। ਅੱਛਾ, ਹੁਣ ਕੀ ਸੁਣਾਓਗੇ? ਕਿਉਂਕਿ ਪਤਾ ਕੀ ਇਹ ਪ੍ਰੋਗਰਾਮ ਜਿਹੜਾ ਹੁੰਦਾ ਨਾ, ਇਹ ਐਂਟਰਟੇਨਮੈਂਟ ਤਾਂ ਕਿ ਜਿਹੜੇ ਬਾਹਰ ਬੈਠੇ ਨੇ ਸਾਡੇ ਦਰਸ਼ਕ ਉਹ ਕਹਿਣ ਵਾਓ ਆਹ ਗੀਤ ਸੁਣਿਆ ਤੇ ਤੁਸੀਂ ਹਿੰਦੀ ਦਾ ਇੱਕ ਅੱਧਾ ਸੁਣਾਓ। ਮੈਂ ਸੁਣਾਣਾ ਜੀ ਇੱਕ ਮੁਹੰਮਦ ਰਫੀ ਸਾਹਿਬ ਦਾ। ਆਈ ਲਵ ਇਟ। ਤੁਸੀਂ ਜੋ ਮੈਨੂੰ ਆਉਂਦਿਆਂ ਨਹੀਂ ਫਰਮਾਇਸ਼ ਕੀਤੀ। ਆਈ ਲਵ ਇਟ। ਦੋਸਤੋ, ਤੁਹਾਨੂੰ ਪਤਾ ਹੀ ਹੈ ਕਿ ਮੈਨੂੰ ਮੁਹੰਮਦ ਰਫੀ ਜੀ ਦੇ ਗੀਤ ਬਹੁਤ ਹੀ ਅੱਛੇ ਲੱਗਦੇ। ਤਾਂ ਜਦੋਂ ਮੈਂ ਇਹਨਾਂ ਨੂੰ ਦੇਖਿਆ ਗਾਉਂਦਿਆਂ, ਹਿੰਦੀ ਗੀਤ ਗਾ ਰਹੇ ਸੀ, ਮੈਂ ਕਿਹਾ ਓ ਵਾਓ, ਆਈ ਡਿਡਨਟ ਨੋ ਕਿ ਯੂ ਆਰ ਸਿੰਗਿੰਗ ਹਿੰਦੀ ਸੌਂਗਸ। ਤੇ ਮੈਂ ਕਿਹਾ ਤੁਹਾਨੂੰ ਮੁਹੰਮਦ ਰਫੀ ਦਾ ਆਉਂਦਾ? ਕਹਿੰਦੇ ਲੈ ਮੈਂ ਮੁਹੰਮਦ ਰਫੀ ਦਾ ਸੁਣਾਉਂਗਾ ਗੀਤ, ਸੋ ਵਾਈ ਨਾਟ। ਕੋਸ਼ਿਸ਼ ਕਰੂੰਗਾ, कबूल करें। कौन है जो सपनों में आया, वाह, कौन है जो दिल में समाया, लो झुक गया आसमां भी इश्क मेरा रंग लाया। कौन है जो सपनों में आया, जिंदगी के हर एक मोड़ पे मैं गीत गाता चला जा रहा हूँ। बेखुदी का ये आलम न पूछो, मंजिलों से बड़ा जा रहा हूँ, मंजिलों से बड़ा जा रहा हूँ। कौन है जो सपनों में आया, कौन है जो दिल में समाया, लो झुक गया आसमां भी, गाओ प्लीज, इश्क मेरा रंग लाया। कौन है जो सपनों में आया, कौन है जो दिल में समाया, लो झुक गया आसमां भी इश्क मेरा रंग लाया। ओ पिया ਵਾਓ, ਆਪਾਂ ਨੂੰ ਡੁਐਟ ਕਰਨਾ ਹੀ ਪੈਣਾ ਇੱਕ, ਮੈਨੂੰ ਲੱਗਦਾ। ਬੜੇ ਬੜੇ ਸਿੰਗਰ ਬੈਠੇ ਆ ਬਾਹਰ, ਉਹ ਕਹਿਣਗੇ ਜਦੀਪ ਕੀ ਕਰੀ ਜਾਂਦੀ ਹੈ। ਸੋ ਇਟਸ ਨਾਈਸ ਕਿ ਤੁਹਾਡੀ ਦਿਲ ਦੀ ਤਮੰਨਾ ਹੈ ਕਿ ਤੁਸੀਂ ਕਿੰਨੇ ਹਲੇ ਗਾਣੇ ਰਿਕਾਰਡ ਕਰੋਗੇ, ਦੁਨੀਆ ਦੇ ਅੱਗੇ ਲੈ ਕੇ ਆਓਗੇ। ਤਾਂ ਕਿਸੇ ਇੰਜ ਦਿਲ 'ਚ ਇਹ ਵੀ ਆਇਆ ਮੈਂ ਕਿਸੇ ਫਿਲਮ 'ਚ ਕੰਮ ਕਰਾਂ? ਹਾਂਜੀ, ਬੇਸ਼ੱਕ। ਜਦੋਂ ਆਪਾਂ ਕਿਸੇ ਚੀਜ਼ ਨੂੰ ਚੁਣਦੇ ਆ ਤਾਂ ਫਿਰ ਉਹਦੀਆਂ ਵੱਖੋ ਵੱਖਰੀਆਂ ਦਿਸ਼ਾਵਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ, ਕੈਟੇਗਰੀਜ਼ ਹੋ ਜਾਂਦੀਆਂ। ਫਿਰ ਬੰਦਾ ਕਹਿੰਦਾ ਵੀ ਯਾਰ ਆ ਵੀ ਮੈਂ ਕਰਨਾ, ਮੈਂ ਇਹਦੇ ਵਿੱਚ ਵੀ ਕੰਮ ਕਰਾਂ, ਮੈਂ ਇਹਦੇ ਵਿੱਚ ਵੀ ਕੰਮ ਕਰਾਂ, ਤੇ ਉਹਦਾ ਓਬਵੀਅਸਲੀ ਇੱਕ ਸੁਪਨਾ ਹੁੰਦਾ ਹੀ ਆ। ਕਿਸੇ ਤੁਹਾਡੇ ਪੰਜਾਬੀ ਫਿਲਮਾਂ ਉੱਤੇ ਬਹੁਤ ਬਣਦੀਆਂ, ਕਿਸੇ ਨੇ ਪੁੱਛਿਆ ਨਹੀਂ ਪਲੇਬੈਕ? ਹਾਂਜੀ, ਇੱਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਮੂਵੀ ਬਣ ਰਹੀ ਆ, ਉਹਦੇ ਵਿੱਚ ਸਾਡੀ ਗੱਲ ਚੱਲ ਰਹੀ ਆ ਗੀਤ ਦੀ। ਜੇ ਪਰਮਾਤਮਾ ਨੇ ਚਾਹਿਆ ਤਾਂ ਜ਼ਰੂਰ। ਚਲੋ, ਸਾਡੀਆਂ ਬਾਲੀਵੁੱਡ ਦੀ ਮੂਵੀ ਆ। ਆਲਰਾਈਟ, ਬਾਲੀਵੁੱਡ ਮੂਵੀ ਬਣ ਰਹੀ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਉੱਪਰ। ਪਹਿਲਾਂ ਵੀ ਕਿੰਨੀਆਂ ਬਣੀਆਂ? ਪਹਿਲਾਂ ਵੀ ਬਣੀਆਂ, ਬਟ ਉਹ ਥੋੜਾ ਬਹੁਤ ਡਿਫਰੈਂਟ ਕਨਸੈਪਟ ਆ। ਉਹ ਤੁਸੀਂ ਦੇਖੋਗੇ ਤਾਂ ਤੁਹਾਨੂੰ ਮਤਲਬ ਇੱਕ ਇਮੋਸ਼ਨਲ ਵੀ ਆ ਥੋੜਾ, ਮਤਲਬ ਜੋ ਵੀ ਉਹ ਸਾਰਾ ਇੱਕ ਵਧੀਆ ਕਨਸੈਪਟ ਹੈ। ਅੱਛਾ, ਦੈਟਸ ਗੁੱਡ। ਹੋਰ ਪੰਜਾਬੀ ਫਿਲਮਾਂ ਵਾਲਿਆਂ ਨੇ ਨਹੀਂ ਕਿਹਾ ਪਲੇਬੈਕ ਸਿੰਗਿੰਗ ਲਈ? ਪੰਜਾਬੀ ਫਿਲਮਾਂ ਵਾਲਿਆਂ ਨੇ ਨਹੀਂ ਹਲੇ ਗਿਆ। ਉਹ ਸ਼ਾਇਦ ਆਪਣਾ ਤੁਹਾਡੀ ਉਮਰ ਵੀ ਕੀ ਹੋਈ ਹੈ। ਹਾਂ, ਬਾਹਰ ਪਤਾ ਨਹੀਂ, ਯੂ ਨੈਵਰ ਨੋ। ਕਈ ਵਾਰੀ ਬਾਹਰ ਕੋਈ ਐਸਾ ਇਨਸਾਨ ਦੇਖ ਰਿਹਾ ਹੁੰਦਾ ਹੈ ਕਿ ਉਹ ਕਹਿੰਦਾ ਯੈਸ ਕਿ ਆਪਾਂ ਇਸ ਮੁੰਡੇ ਨੂੰ ਸਪੋਰਟ ਕਰੀਏ, ਇਸ ਮੁੰਡੇ ਨੂੰ ਹੋ ਗਏ। ਤੇ ਤੁਹਾਡੇ ਨਾਲ ਤਾਂ ਬੜੇ ਧਨੀ ਜੁੜੇ ਹੋਏ ਹੈ, ਮਸਤਾਨਾ ਸਾਹਿਬ ਤੇ ਥਿੰਦ ਸਾਹਿਬ, ਤੇ ਉਹ ਤੁਹਾਨੂੰ ਆਪੇ ਹੀ ਉਹਨਾਂ ਨੇ ਕਿੱਥੇ ਲੈ ਜਾਣਾ। ਇਹ ਮੇਰੇ ਵੱਡੇ ਭਾਗ ਨੇ ਜੀ ਕਿ ਮੈਂ ਮੇਰੇ ਚਲੋ
ਮੇਰੇ ਫਾਦਰ ਸਾਹਿਬ ਦੇ ਕਰਕੇ ਗੁਰੂ ਜੀ ਬਲਦੇਵ ਮਸਤਾਨਾ ਸਾਹਿਬ, ਸ਼ਿੰਦਾ ਬਲਦੇਵ ਮਸਤਾਨਾ ਜੀ ਨੇ ਤਾਂ ਕਿੰਨਿਆਂ ਦੇ ਗੀਤ ਲਿਖੇ ਉਹਨਾਂ ਵਾਸਤੇ, ਗਵਾਏ ਉਹਨਾਂ ਕੋਲੋਂ। ਹੰਸ ਰਾਜ ਹੰਸ ਜੀ ਵਰਗੇ ਸਾਰੇ ਬੜੇ ਧਨੀ ਸਿੰਗਰਸ ਉਹਨਾਂ ਕੋਲ ਆਉਂਦੇ ਆ ਤੇ ਉਹਨਾਂ ਨੇ ਸਿਖਾਏ। ਔਰ ਅਸੀਂ ਉਹਨਾਂ ਦੇ ਗੁਰੂ ਜੀ ਦਾ ਮੈਂ ਸੁਣਾਉਣਾ ਤੁਹਾਨੂੰ ਗੁਰੂ ਜੀ ਦਾ ਇੱਕ ਥੋੜੀ ਜਿਹੀ ਸਥਾਈ, ਉਹ ਸਰਦੂਲ ਸਾਹਿਬ ਦੇ ਆਵਾਜ਼ ਦੇ ਵਿੱਚ ਰਿਕਾਰਡ ਹੈ, ਮੈਨੂੰ ਪਰਸਨਲੀ ਬੜਾ ਪਸੰਦ ਹੈ। ਸਾਡੇ ਦਰਸ਼ਕ ਪਸੰਦ ਕਰਨਗੇ ਸਰਦੂਲ ਸਾਹਿਬ ਦੀ ਆਵਾਜ਼ ਨੂੰ। ਤੇਰੇ ਗੁੱਟਾਂ ਨੂੰ ਕਲੀ ਰੇ ਲਾਲ ਸ਼ਗਨਾਂ ਦਾ ਚੂੜਾ ਨੀ ਕਰੇ ਦਗ ਦਗ ਮਹਿੰਦੀ ਰੰਗ ਹੋਇਆ ਕਿੰਨਾ ਗੂੜਾ ਤੇਰੇ ਸ਼ਰਬਤੀ ਅੱਖਾਂ ਵਿੱਚ ਅਰਮਾਨ ਲੱਖਾਂ ਅੱਜ ਹੋਰਾਂ ਨੂੰ ਵੀ ਪਾਈ ਜਾਏ ਮਾਂ ਤੇ ਅੱਜ ਤੇਰੀ ਸ਼ਗਨਾਂ ਵਾਲੀ ਪੀਆ ਮਿਲਣ ਦੀ ਰਾਤ ਨੀ ਅੱਜ ਤੇਰੀ ਪੀਆ ਮਿਲਣ ਦੀ ਰਾਤ ਨੀ ਅੱਜ ਤੇਰੀ ਪੀਆ ਮਿਲਣ ਦੀ ਰਾਤ ਅੱਜ ਤੇਰੀ ਪੀਆ ਮਿਲਣ ਦੀ ਰਾਤ। ਕੀ ਬਾਤ ਹੈ, ਬਹੁਤ ਅੱਛੇ। ਇਹ ਗੀਤ ਦੀ ਜਿਹੜੀ ਸੀਡੀ ਸੀ ਉਹਦਾ ਨਾਮ ਸ਼ਗਨਾਂ ਵਾਲੀ ਰਾਤ ਜਾਂ ਕੁਛ ਇੰਜ ਸੀ ਮੈਨੂੰ ਲੱਗਦਾ, ਪੀਆ ਮਿਲਣ ਦੀ ਰਾਤ, ਪੀਆ ਮਿਲਣ ਦੀ ਰਾਤ। ਸਰਦੂਲ ਜੀ ਵੇਖ ਦੇਖੋ ਕਿੰਨੇ ਤਨੇ ਤੇ ਨਾਟ, ਉਹਨਾਂ ਵਰਗਾ ਵੀ ਕੋਈ ਨਹੀਂ ਹੋਣਾ ਜੀ, ਬਿਲਕੁਲ ਸਿੰਗਿੰਗ ਦੇ ਵਿੱਚ। ਮੇਰੇ ਕੋਲ ਇੱਕ ਵਾਰ ਰੇਡੀਓ ਤੇ ਆਏ, ਅੱਛਾ ਜੀ, ਤੇ ਉਦੋਂ ਮੈਂ ਉੱਥੇ ਸ਼ਾਮ ਦਾ ਪ੍ਰੋਗਰਾਮ ਕਰਦੀ ਸੀ ਤਾਂ ਮੇਰੇ ਤੋਂ ਪਹਿਲਾਂ ਪਹੁੰਚੇ ਹੋਏ। ਅੱਛਾ ਮੈਂ ਕਿਹਾ ਸਰਦੂਲ ਸਾਹਿਬ ਇਹ ਤਾਂ ਉਹ ਗੱਲ ਹੋ ਗਈ ਚੋਰ ਨਾਲ ਭੰਡ ਕਾ ਲਈ। ਕਹਿੰਦੇ ਅਸੀਂ ਕਿਹਾ ਵੀ ਜਗਦੀਪ ਕੋਲ ਜਾਣਾ ਹੈ ਵੀ ਇਹ ਨਾ ਹੋਵੇ ਅਸੀਂ ਲੇਟ ਹੋ ਜਾਈਏ। ਮੈਂ ਕਿਹਾ ਜਗਦੀਪ ਬੜੇ ਟਾਈਮ ਤੇ ਪਹੁੰਚਦੀ ਹੈ। ਸੋ ਉਹਨਾਂ ਦੇ ਨਾਲ ਉਹਨਾਂ ਦੇ ਨੂਰੀ ਜੀ ਬਹੁਤ ਸੋਹਣਾ ਗਾਉਂਦੇ ਆ। ਤੇ ਉਂਝ ਟਾਈਮ ਸਾਡਾ ਭੱਜਿਆ, ਉਂਝ ਕਿਹੜੇ ਸਿੰਗਰ ਤੁਹਾਨੂੰ ਜਿਹੜੇ ਤੁਹਾਨੂੰ ਇਨਸਪਾਇਰ ਕਰਦੇ ਆ ਤੁਹਾਨੂੰ? ਮੈਨੂੰ ਇੰਡਸਟਰੀ ਦੇ ਵਿੱਚ ਦੋਨੋਂ ਹੀ, ਇੱਕ ਤਾਂ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਤੇ ਸਤਿੰਦਰ ਸਰਤਾਜ ਸਾਹਿਬ, ਇਹਨਾਂ ਨੂੰ ਮੈਂ ਜ਼ਿਆਦਾ ਸੁਣਦਾ, ਇਹਨਾਂ ਦੀ ਆਵਾਜ਼ਾਂ ਨੂੰ ਜ਼ਿਆਦਾ। ਫਿਰ ਤੁਸੀਂ ਜਿਹੜੇ ਹੁਣ ਰਿਕਾਰਡ ਕਰਾਉਣਾ ਚਾਹੋਗੇ, ਬੀਟ ਸੌਂਗ ਕਰਾਉਣਾ ਚਾਹੋਗੇ ਕਿ ਇਹਨਾਂ ਦੀਆਂ ਆਵਾਜ਼ਾਂ ਵਰਗੇ? ਨਹੀਂ, ਜੋ ਮੇਰੀ ਆਵਾਜ਼ ਨੂੰ ਸੂਟ ਕਰੂਗਾ ਤੇ ਬਾਕੀ ਹਾਂਜੀ ਗੁਰੂ ਜੀ ਤੇ ਹੀ ਆ ਸਾਰਾ, ਗੁਰੂ ਜੀ ਨੇ ਕਰਨਾ ਹੈ ਨਾ। ਅੱਛਾ, ਉਹ ਦੱਸੂਗਾ ਵੀ ਆ ਕਰ ਆ ਕਰ ਆ ਕਰ, ਅਸੀਂ ਬਸ ਉਹਦੇ ਕਰੀਏ ਅਕੋਰਡਿੰਗ ਟੂ ਯੋਰ ਵੌਇਸ। ਬਿਲਕੁਲ, ਪਤਾ ਕਿ ਇਨਸਾਨ ਨੂੰ ਕਰਨਾ ਵੀ ਇਹੀ ਚਾਹੀਦਾ ਅਕੋਰਡਿੰਗ ਟੂ ਦ ਵੌਇਸ। ਜੇ ਤੁਸੀਂ ਡਿਫਰੈਂਟ ਜਨਰ ਆਪਣੀ ਆਵਾਜ਼ ਤੋਂ ਜਾਣ ਲੱਗ ਜਾਓਗੇ ਨਾ, ਕਈ ਵਾਰੀ ਬੰਦਾ ਨਹੀਂ ਕਾਮਯਾਬ ਹੁੰਦਾ। ਜੋ ਤੁਸੀਂ ਰਾਈਜ਼ਿੰਗ ਸਟਾਰ 'ਚ ਗਏ ਤਾਂ ਉੱਥੇ ਉਹਨਾਂ ਨੇ ਤੁਹਾਨੂੰ ਦੱਸਦੇ ਹੁੰਦੇ ਸੀ ਕਿਹੜੇ ਜਨਰ 'ਚ ਗਾਣਾ? ਹਾਂਜੀ ਬੇਸ਼ੱਕ, ਹੈ ਨਾ, ਹਾਂਜੀ ਦੱਸਦੇ। ਹਾਂ ਵੀ ਹੁਣ ਤੁਸੀਂ ਆਹ ਵਾਲੇ ਜਨਰ 'ਚ ਗਾਣਾ, ਹੁਣ ਤੁਸੀਂ ਆਹ ਵਾਲੇ, ਤੇ ਫਿਰ ਤੁਸੀਂ ਉਹ ਸਾਰੇ ਗਾ ਕੇ ਹੀ ਪਹੁੰਚੇ ਹੋਣੇ, ਗਾ ਕੇ, ਬਿਲਕੁਲ ਫਾਈਨਲ ਦੇ ਵਿੱਚ। ਤੇ ਫਿਰ ਕੌਣ ਤੁਹਾਨੂੰ ਸਿਖਾਉਂਦਾ ਸੀ, ਤੁਹਾਡੇ ਮੈਂਟਰਸ ਕੌਣ ਸੀ? ਉੱਥੇ ਸਾਡੇ ਮੈਂਟਰ ਸੀ ਭਵਦੀਪ ਸਰ ਜੈਪੁਰ ਤੋਂ। ਅੱਛਾ, ਹਾਂਜੀ, ਭਵਦੀਪ ਜੀ ਜੈਪੁਰ ਵਾਲੇ, ਉਹ ਸਾਨੂੰ ਫਿਰ ਉੱਥੇ ਟ੍ਰੇਨਿੰਗ ਦਿੰਦੇ ਹੁੰਦੇ ਸੀ। ਹਾਂਜੀ, ਬੜੀਆਂ ਚੀਜ਼ਾਂ ਉਹਨਾਂ ਨੇ ਵੀ ਬਹੁਤ ਬਾਰੀਕੀਆਂ ਸਿਖਾਈਆਂ ਸੰਗੀਤ ਦੀਆਂ। ਉਂਝ ਵੀ ਮੈਂ ਦੇਖਿਆ ਪੰਜਾਬੀ ਚੈਨਲ ਜਿਹੜੇ ਇੰਡੀਆ ਦੇ ਵਿੱਚ ਆ ਉੱਥੇ ਵੀ ਕੰਪੀਟੀਸ਼ਨ ਕਿੰਨੇ ਹੁੰਦੇ ਨੇ, ਉਸ 'ਚ ਨਹੀਂ ਗਏ ਤੁਸੀਂ? ਮੈਂ ਕੀਤਾ ਇੱਕ ਡੀਡੀ ਪੰਜਾਬੀ ਦਾ ਸੁਰ ਸਮਰਾਟ, ਓਕੇ, ਹਾਂਜੀ, ਉਹਦਾ ਵੀ ਮੈਂ ਫਾਈਨਲਿਸਟ ਰਿਹਾ ਜੀ। ਅੱਛਾ, ਔਰ MTV ਤੇ ਕਲਰਸ ਆਫ ਯੂਥ, ਅੱਛਾ, 2-3 ਰਿਐਲਿਟੀ ਸ਼ੋਅ ਮੈਂ ਇੰਡੀਆ 'ਚ ਕੀਤੇ। ਕਰ ਚੁੱਕੇ, ਦੈਟਸ ਨਾਈਸ। ਟਾਈਮ ਆਪਣਾ ਭੱਜਿਆ ਜਾ ਰਿਹਾ, ਇੱਕ ਲਾਈਨ ਤੇ ਫਿਰ ਆਪਾਂ ਅਖੀਰਲੇ ਲਫ਼ਜ਼ ਤੁਹਾਡੇ ਤੋਂ ਲਵਾਂਗੇ। ਠੀਕ ਹੈ ਜੀ। ਇੱਕ ਮੈਂ ਪੰਜਾਬ ਦਾ ਫੋਕ, ਜਸਟ ਕੁਇਕ, ਇੰਨਾ ਟਾਈਮ ਜੀ ਮੈਂ ਅੱਧੇ ਮਿੰਟ 'ਚ। ਹੋ ਇਹ 2 ਵਾਰੀ ਆਉਣੀ ਸੀ, ਮੈਂ ਹੁਣ 1 ਵਾਰੀ ਕਹਿ ਦਿੰਦਾ। ਜਨਮ ਦੇ ਦਿਓ ਮਾਪਿਓ ਹੋਰ ਕਰਮ ਨਾ ਦੇ ਲੈਣੇ, ਲੇਖ ਲਿਖਤੇ ਰਾਂਝੇ ਉਹ ਪੰਛੀ ਦੇ ਅਵੱਲੇ, ਘਰ ਚੋਂ ਕੱਢਿਆ ਰਾਂਝਾ ਉਹ ਰਾਂਝੇ ਦੇ ਭਾਈਆਂ ਨੇ, ਘਰ ਚੋਂ ਕੱਢਿਆ ਰਾਂਝਾ ਉਹ ਰਾਂਝੇ ਦੇ ਭਾਈਆਂ ਨੇ, ਕੱਢਿਆ ਰਾਂਝਾ ਉਹ ਰਾਂਝੇ ਦੇ ਭਾਈਆਂ ਨੇ। ਕਿਆ ਬਾਤ ਹੈ, ਕਿਆ ਬਾਤ ਹੈ। ਟਾਈਮ ਆਪਾਂ ਨੂੰ ਇੰਨੀ ਇਜਾਜ਼ਤ ਨਹੀਂ ਦੇ ਰਿਹਾ, ਅਖੀਰ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ? ਅਖੀਰ ਵਿੱਚ ਸਾਡੇ ਕਾਂਸ਼ੀ ਟੀਵੀ ਦਾ 5 ਸਾਲ ਹੋ ਜਾਣੇ, ਜਨਮ ਦਿਨ ਆ ਰਿਹਾ, ਕਾਂਸ਼ੀ ਟੀਵੀ ਨੂੰ ਵਧਾਈਆਂ ਦਿਓ ਤੁਸੀਂ। ਕਾਂਸ਼ੀ ਟੀਵੀ ਦੇ 5 ਸਾਲ ਕੰਪਲੀਟ ਹੋਣ ਤੇ ਫਿਰ ਕਿੰਨੇ 17 'ਚ ਸ਼ੁਰੂ ਹੋਇਆ ਸੀ।
हाँ जी 17 ਚ 2017 ਤੋਂ ਲੈ ਕੇ 2022 ਤੱਕ ਕਾਂਚੀ ਟੀਵੀ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਜੀ ਔਰ ਮੈਂ ਇੰਡੀਆ ਦੇ ਵਿੱਚ ਵੀ ਕਾਫੀ ਸੁਣਿਆ ਕਾਂਚੀ ਟੀਵੀ ਬਾਰੇ ਔਰ ਮੈਨੂੰ ਮੇਰੇ ਧੰਨ ਭਾਗ ਨੇ ਕਿ ਮੈਂ ਅੱਜ ਇੱਥੇ ਇਹਨਾਂ ਦੇ ਵਿਹੜੇ ਆਇਆ ਔਰ ਮੈਨੂੰ ਬੜਾ ਚੰਗਾ ਲੱਗਿਆ ਔਰ ਸਾਰੀ ਟੀਮ ਨੂੰ ਮੁਬਾਰਕਾਂ 5 ਸਾਲ ਕੰਪਲੀਟ ਹੋਣ ਤੇ ਪ੍ਰਮਾਤਮਾ ਇਦਾਂ ਹੀ ਇਹਨਾਂ ਦੇ ਬਖਸ਼ਿਸ਼ ਰੱਖੇ 5 ਸਾਲ 50 ਸਾਲ ਦੇ ਵਿੱਚ ਤਬਦੀਲ ਹੋਣ ਫਿਰ 500 ਸਾਲ ਦੇ ਵਿੱਚ ਤਬਦੀਲ ਹੋਣ। बहुत शुक्रिया। लो दोस्तों शुक्रिया अदा करांगे असी अमित जी का जिन्होंने कांची टीवी ते आके बड़ा थोड़ा मनोरंजन किया और अपना ख्याल रखना किसी का भी ख्याल रखना मैं हमेशा कहनी हुई किसी का ख्याल रखोगे ऊपर वाला थोड़ा ख्याल रखेगा। इसे दे नाल मैं थोड़ा फिर एक बार ताकीद करांगी गुजारिश करांगी कि साडे कांची टीवी की अपील चल रही है सो जरूर ही माली तौर पर भी उस तरह भी पूरी सपोर्ट करो ताकि साडी मैनेजमेंट के हौसले बुलंद रहन कि तुसी सारे जने इन्नी सपोर्ट कर दिओ। इसे दे नाल जगदीप ते अमित नूं आग्या दिओ सबनूं प्यार भरी सत श्री अकाल जय गुरुदेव बाय बाय।